ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਸਭ ਸੰਗਤ ਨੇ ਦਰਸ਼ਨ ਕਰਿਓ ਪਗ ਪੰਕਜ ਬੈ ਨਿਜ ਸੀਸ ਧਰਿਓ ਪੁਨ ਜਾਤ ਭਏ ਨਿਜ ਧਾਮਨ ਕੋ ਹਰ ਖੰਤ ਲਗੇ ਨਿਜ ਕਾਮਨ ਕੋ ਸਭ ਸੰਗਤ ਨੇ ਦਰਸ਼ਨ ਕਰਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦਇਆ ਰਹਿਮਤ ਬਖਸ਼ਿਸ਼ ਹੋਈ ਹੈ। ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਗੁਰੂ ਘਰ ਜੀ ਦਾ ਜਸ ਵਡਿਆਈ ਸ਼ੋਭਾ ਆਪਾਂ ਸਰਵਣ ਕਰਨੀ ਹੈ। ਮਨੋਬਿਰਤੀਆਂ ਇਕਾਗਰ ਕਰਕੇ ਪਿਆਰ ਨਾਲ ਸਾਰੇ ਕਹੀਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦਾ ਪਵਿੱਤਰ ਇਤਿਹਾਸ ਦੀ ਕਥਾ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਲਯੁਗੀ ਜੀਵਾਂ ਤੇ ਸਾਡੇ ਸਾਰਿਆਂ ਦੇ ਉੱਤੇ ਔਰ ਸਦਾ ਹੀ ਇਸ ਸੰਸਾਰ ਦੇ ਉੱਤੇ ਪੱਕੀ ਇਹ ਕਿਰਪਾ ਕੀਤੀ ਹੈ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਏ ਜੀ। ਉਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਗੁਰੂ ਸਾਹਿਬ ਜੀ ਨੇ ਤਰਸ ਕੀਤੀ, ਮਿਹਰ ਕੀਤੀ, ਦਇਆ ਕੀਤੀ। ਸਤਿਗੁਰੂ ਜੀ ਨੇ ਇਹ ਕਾਰਜ ਰਾਮਸਰ ਸਾਹਿਬ ਜੀ ਦੀ ਧਰਤੀ ਤੇ ਕੀਤਾ ਜੀ। ਉਹ ਕਾਰਜ ਹੋ ਗਿਆ, ਸਰੂਪ ਲਿਖੇ ਗਏ ਹੈ। ਫਿਰ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਸੰਗਤਾਂ ਨੂੰ ਕੋਲ ਸੱਦਿਆ, ਭਾਈ ਆ ਕੇ ਦਰਸ਼ਨ ਕਰ ਲਵੋ। ਉਹਦਾ ਕਾਰਨ ਬਹੁਤ ਸਮਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਆਰਾਮਸਰ ਆਉਣ ਨਹੀਂ ਸੀ ਦਿੱਤਾ ਜੀ।
ਭਾਈ ਆ ਕੇ ਦਰਸ਼ਨ ਕਰ ਲਵੋ। ਪਿਛਲਾ ਪੱਖਾ ਥੋੜਾ ਕਟਾ ਕੇ ਆਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੇਅੰਤ ਸਿੱਖ ਸੰਗਤਾਂ ਫਿਰ ਦਰਸ਼ਨ ਕਰਨ ਵਾਸਤੇ ਆਈਆਂ। ਬਹੁਤ ਸਿੱਖ ਸੰਗਤਾਂ ਦੇ ਮਨਾਂ ਵਿੱਚ ਚਾਅ ਹੈ। ਖੁੱਲੀ ਮਾਤਰਾ ਦੇ ਵਿੱਚ ਕੜਾ ਪ੍ਰਸ਼ਾਦ ਜੀ ਦੀਆਂ ਦੇਗਾਂ ਤਿਆਰ ਹੋਈਆਂ ਹਨ, ਸਿੱਖ ਸੰਗਤਾਂ ਵਿੱਚ ਵਰਤਣੀਆਂ ਹਨ। ਮਹਾਰਾਜ ਇਕੱਲੇ ਬੈਠੇ ਹੈ ਤੇ ਕਾਕਾ ਜੀ ਮਹਾਰਾਜ ਇਕੱਲੇ ਬੈਠੇ ਹੈ। ਕਲਯੁਗ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਜੀ। ਕਲਯੁਗ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸੰਸਾਰ ਉੱਤੇ ਬੜਾ ਭਲਾ ਕੀਤਾ, ਬੜੀ ਕਿਰਪਾ ਕੀਤੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਏ ਹਨ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਵੇਗੀ ਉੱਥੇ ਮੇਰਾ ਪ੍ਰਭਾਵ ਨਹੀਂ ਪਏਗਾ ਜੀ। ਇਹ ਕੱਲ ਕਥਾ ਸਾਰੀ ਸੁਣੀ ਸੀ ਤੁਸੀਂ। ਕਲਯੁਗ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਕਿਹੜੇ ਸਮੇਂ ਹਾਜ਼ਰੀ ਲਵਾਇਆ ਕਰਾਂ। ਮਹਾਰਾਜ ਕਹਿਣ ਲੱਗੇ ਜਦੋਂ ਕੀਰਤਨ ਹੋ ਜਾਵੇ, ਪ੍ਰਸ਼ਾਦ ਵਰਤਣ ਲੱਗੇ ਤੇ ਜੇ ਰੌਲਾ ਪਾਉਣ ਨਾ ਉਦੋਂ ਤੂੰ ਆ ਕੇ ਵਰਤ ਜਾਇਆ ਕਰੀਂ। ਸੋ ਕਲਯੁਗ ਅੱਜ ਵੀ ਉਹ ਪਹਿਰਾ ਜਿਹੜਾ ਆਪਣਾ ਵਰਤਾ ਜਾਂਦਾ ਹੈ, ਆਪਣੀ ਹਾਜ਼ਰੀ ਲਵਾ ਜਾਂਦਾ ਹੈ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪੂਰੇ ਪ੍ਰੇਮ ਵਿੱਚ ਆਈਏ ਸਾਰੇ, ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਭ ਸੰਗਤ ਨੇ ਦਰਸ਼ਨ ਕਰਿਓ। ਸਾਰੀਆਂ ਸੰਗਤਾਂ ਨੇ ਫਿਰ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ, ਪਗ ਪੰਕਜ ਪੈ ਨਿਜ ਸੀਸ ਧਰਿਓ। ਤੇ ਸੰਗਤਾਂ ਨੇ ਆ ਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸਿਰ ਰੱਖਿਆ। ਆਪਣੇ ਵੱਡੇ ਭਾਗ ਜਾਣੇ ਸਾਨੂੰ ਰੱਬ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਦਰਸ਼ਨ ਹੋਏ ਆ। ਹਾਂਜੀ, ਪੁਨ ਜਾਤ ਭਏ ਨਿਜ ਧਾਮਨ ਕੋ। ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਫਿਰ ਆਪਣੇ ਘਰਾਂ ਨੂੰ ਗਈਆਂ ਜੀ, ਬਹੁਤ ਖੁਸ਼ੀ ਦੇ ਨਾਲ, ਬਹੁਤ ਆਨੰਦ ਦੇ ਨਾਲ। ਹਾਂਜੀ, ਹਰ ਖੰਤ ਲਗੇ ਨਿਜ ਕਾਮਨ ਕੋ। ਖੁਸ਼ ਹੋ ਗਈਆਂ ਨੇ ਸੰਗਤਾਂ ਕਿ ਗੁਰੂ ਅਰਜਨ ਦੇਵ ਜੀ ਨੇ ਬੜਾ ਵੱਡਾ ਪਰਉਪਕਾਰ ਕੀਤਾ, ਬਹੁਤ ਵੱਡਾ ਪਰਉਪਕਾਰ ਕੀਤਾ। ਤੇ ਸੰਗਤਾਂ ਦਰਸ਼ਨ ਕਰਕੇ ਘਰਾਂ ਨੂੰ ਚਲੇ ਗਈਆਂ, ਆਪਣੇ ਕੰਮਾਂ ਕਾਰਾਂ ਨੂੰ ਲੱਗ ਗਏ ਸਾਰੇ ਜੀ। ਗਨ ਮੰਗਤ ਕੋ ਗੁਰ ਦੇਖ ਤਬੈ। ਤੇ ਫਿਰ ਕੀ ਸੀਗਾ ਜੀ, ਮੰਗਤੇ ਬਹੁਤ ਆਏ ਮਹਾਰਾਜ ਜੀ ਦੇ ਕੋਲ, ਮੰਗਣ ਵਾਲੇ। ਅਸੀਂ ਵੀ ਸਾਰੇ ਗੁਰੂ ਜੀ ਦੇ ਮੰਗਤੇ ਹੀ ਬੈਠੇ ਹੋਏ ਹਾਂ ਜੀ, ਮੰਗਣ ਵਾਲੇ ਹੀ ਆ ਜੀ। ਹਾਂਜੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਬਹੁਤ ਮੰਗਣ ਵਾਲੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਆ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਮੰਗਣ ਵਾਲਿਆਂ ਨੂੰ ਮਾਇਆ ਦਿੱਤੀ ਹੈ ਜੀ, ਕਿਉਂ ਗੁਰੂ ਘਰ ਖੁੱਲੀਆਂ ਦਾਤਾਂ ਨੇ ਜੀ। ਹਾਂਜੀ, ਧਨ ਦੇਤ ਭਏ ਕਰ ਲੀਨ ਸਭੈ। ਹਜੂਰ ਮਹਾਰਾਜ ਗਰੀਬ ਨਵਾਜ਼ ਆਪਣੇ ਹੱਥਾਂ ਦੇ ਨਾਲ ਮਾਇਆ ਵੰਡਦੇ ਜੀ, ਹੱਥਾਂ ਦੇ ਨਾਲ ਮਾਇਆ ਵੰਡਦੇ ਆ, ਬਹੁਤ ਖੁਸ਼ੀ ਦੇ ਨਾਲ, ਚਾਅ ਦੇ ਨਾਲ ਜੀ। ਮੰਗਣ ਵਾਲੇ ਆਏ, ਮਹਾਰਾਜ ਤੁਸੀਂ ਵੱਡਾ ਕਾਰਜ ਕੀਤਾ, ਸਾਨੂੰ ਵੀ ਕੁਝ ਦਿਓ। ਗੁਰੂ ਸਾਹਿਬ ਆਪਣੇ ਹੱਥਾਂ ਨਾਲ ਮਾਇਆ ਦਿੰਦੇ ਜੀ। ਹਾਂਜੀ, ਨਹਿ ਸ਼ੂਸ਼ ਗਇਓ ਗੁਰ ਕੇ ਦਰ ਤੇ। ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਕੋਈ ਵੀ ਖਾਲੀ ਨਹੀਂ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਈ ਵੀ ਖਾਲੀ ਨਹੀਂ ਗਿਆ। ਸੱਚੇ ਪਾਤਸ਼ਾਹ ਨੇ ਸਾਰਿਆਂ ਤੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਪਟ ਦੀਨ ਕਿਸੂ ਇਛ ਜੋ ਧਰ ਤੇ ਪਟ ਦੀਨ ਕਿਸੂ ਇਛ ਜੋ ਧਰ ਤੇ। ਕਿਸੇ ਨੇ ਵਸਤਰ ਮੰਗੇ ਮਹਾਰਾਜ ਕੋਲੋਂ, ਮਹਾਰਾਜ ਮੈਨੂੰ ਕੱਪੜੇ ਚਾਹੀਦੇ ਆ। ਗੁਰੂ ਅਰਜਨ ਦੇਵ ਜੀ ਨੇ ਕੱਪੜੇ ਦੇ ਦਿੱਤੇ ਜੀ ਉਹਨੂੰ ਜੀ। ਮਤਲਬ ਜੋ ਜੋ ਕਿਸੇ ਨੇ ਆ ਕੇ ਮੰਗਿਆ,
ਸੱਚੇ ਪਾਤਸ਼ਾਹ ਨੇ ਉਹਨੂੰ ਉਹ ਵਸਤੂਆਂ, ਦਾਤਾਂ, ਰਹਿਮਤਾਂ ਦਿੱਤੀਆਂ ਜੀ। ਹਨ ਨਰ ਬ੍ਰਿੰਦ ਜੋ ਬਾਦ ਬਜਾਵਤ ਹੈ। ਹੁਣ ਬਹੁਤ ਸਾਰੇ ਲੋਕ ਐਸੇ ਵੀ ਆਏ ਜਿਨ੍ਹਾਂ ਨੇ ਵਾਜੇ ਵਜਾਏ ਜੀ। ਹਾਂਜੀ, ਗਨ ਰਾਗਨ ਕੋ ਮੁਖ ਗਾਵਤ ਹੈ। ਜਿਹੜੇ ਆਪਣੇ ਮੁਖੋਂ ਰਾਗ ਗਾ ਰਹੇ ਸਨ, ਖੁਸ਼ੀ ਦੇ ਗੀਤ ਗਾ ਰਹੇ ਸਨ ਵੀ ਗੁਰੂ ਅਰਜਨ ਦੇਵ ਜੀ ਨੇ ਬੜਾ ਵੱਡਾ ਕਾਰਜ ਪੂਰਾ ਕੀਤਾ ਹੈ। ਹਾਂਜੀ, ਸਭ ਕੋ ਧਨ ਦੀਨ ਪ੍ਰਸੰਨ ਕਰੇ। ਗੁਰੂ ਸਾਹਿਬ ਨੇ ਕਿਸੇ ਨੂੰ ਵੀ ਨਿਰਾਸ਼ ਨਹੀਂ ਮੋੜਿਆ ਜੀ। ਹਾਂਜੀ, ਬੰਦਾ ਕਈ ਵਾਰੀ ਮਾਇਆ ਦੇਣ ਲੱਗਿਆ ਕੰਜੂਸੀ ਕਰਦਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਮਤਾ ਮਹਾਰਾਜ ਦੇ ਨੇੜੇ ਵੀ ਨਹੀਂ ਹੈਗੀ ਜੀ। ਮਹਾਰਾਜ ਤੇ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ। ਬੰਦਾ ਕੰਜੂਸੀ ਕਰ ਜਾਂਦਾ ਹੈ ਜੀ, ਹੱਕ ਵੀ ਮਾਰ ਜਾਂਦਾ ਜੀ ਦੂਜੇ ਦਾ ਜੀ। ਸੱਚੇ ਪਾਤਸ਼ਾਹ ਜੀ ਖੁੱਲੀ ਮਾਇਆ ਦੇ ਰਹੇ, ਸਭਨਾਂ ਨੂੰ ਖੁੱਲੀ ਮਾਇਆ ਦੇ ਰਹੇ ਹੈ। ਲਓ ਭਾਈ, ਖੁਸ਼ੀ ਦੇ ਕਾਰਜ ਨੇ, ਤੁਸੀਂ ਵੀ ਮਾਇਆ ਲੈ ਲਓ ਜੀ। ਹਾਂਜੀ, ਸੁਤ ਜੀਵਹੁ ਆਸ਼ਿਕਤਾ ਉਚਰੇ। ਵਾਹ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਮੰਗਣ ਵਾਲੇ ਪਤਾ ਕੀ ਕਹਿੰਦੇ ਜੀ? ਤੁਹਾਡਾ ਪੁੱਤ ਜਿਉਂਦਾ ਰਹੇ ਕਹਿਣ ਲੱਗੇ। ਮੰਗਣ ਵਾਲੇ ਆ ਕੇ ਕਹਿਣ, ਉਹਨਾਂ ਦੇ ਮੂੰਹ ਤੇ ਪੱਕੀਆਂ ਹੀ ਆਸ਼ੀਰਵਾਦਾਂ ਚੜੀਆਂ ਹੁੰਦੀਆਂ ਜੀ। ਹਾਂਜੀ, ਇਮ ਗ੍ਰੰਥ ਸਮਾਪਤ ਆਪ ਕਰਿਓ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਪੂਰਨ ਕੀਤੇ ਜੀ। ਸਾਰੀ ਲਿਖਵਾਈ ਕਰਵਾਈ ਮਹਾਰਾਜ ਜੀ ਨੇ। ਕਿਹਦੇ ਵਾਸਤੇ ਜੀ? ਸਾਡੇ ਵਾਸਤੇ ਜੀ। ਬਹੁ ਭਾਂਤ ਮਹਾਤਮ ਕੋ ਉਚਰਿਓ। ਫਿਰ ਮਹਾਰਾਜ ਨੇ ਮਹਾਤਮ ਵੀ ਬੜਾ ਦੱਸਿਆ ਜੀ। ਬਹੁਤ ਮਹਾਤਮ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸਿਆ ਜੀ। ਅੱਗੇ ਕਥਾ ਵਿੱਚ ਆਏਗਾ ਸਾਰਾ। ਹਾਂਜੀ, ਸਰ ਰਾਮ ਸ਼ਨਾਨ ਹੈ ਆਨ ਨਰੰ। ਹਾਂਜੀ, ਦਰਸੈ ਇਸ ਥਾਨ ਜੋ ਭਾਉ ਧਰੰ। ਬਹੁਤ ਸਾਰੇ ਸਿੱਖ ਸੇਵਕ ਰਾਮਸਰ ਸਾਹਿਬ ਆ ਕੇ ਇਸ਼ਨਾਨ ਕਰਨ ਲੱਗੇ ਜੀ। ਕਿਉਂ? ਭਾਈ ਇਸ ਸਰੋਵਰ ਦੇ ਕੰਢੇ ਗੁਰੂ ਅਰਜਨ ਦੇਵ ਜੀ ਨੇ ਆਪ ਬਾਣੀ ਉਚਾਰੀ ਹੈ ਸਾਰੀ ਜੀ। ਰਾਮਸਰ ਸਾਹਿਬ ਆ ਕੇ ਇਸ਼ਨਾਨ ਕਰਨ ਤੇ ਪ੍ਰੇਮ ਧਾਰਨ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਜੀ। ਬੜੇ ਪਿਆਰ ਨਾਲ ਦਰਸ਼ਨ ਕਰਨ ਜੀ। ਹਾਂਜੀ, ਗਨ ਪਾਪਨ ਖਾਪਤ ਸੋ ਛਿਨ ਮੈਂ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਇੰਨੇ ਦਿਆਲੂ, ਇੰਨੇ ਕਿਰਪਾਲੂ। ਸੰਗਤ ਜੀ, ਸਮੇਂ ਖੁਸ਼ੀ ਦੇ ਕਈ ਵਾਰੀ ਬਣਦੇ ਐ। ਉਂਝ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ। ਪਰ ਖੁਸ਼ੀ ਦਾ ਸਮਾਂ, ਐਸਾ ਸਮਾਂ, ਇਹ ਤੇ ਕਦੀ ਕਦੀ ਬਣਦਾ ਜੀ। ਮਹਾਰਾਜ ਇੰਨੇ ਪ੍ਰਸੰਨ ਹੋਏ, ਉਸ ਸਮੇਂ ਵੱਡੇ ਤੋਂ ਵੱਡੇ ਪਾਪੀ ਵੀ ਆਏ ਨਾ, ਗੁਰੂ ਅਰਜਨ ਦੇਵ ਜੀ ਨੇ ਇੱਕ ਛਿਨ ਵਿੱਚ ਹੀ ਬਖਸ਼ ਦਿੱਤੇ ਜੀ। ਜਦੋਂ ਗ੍ਰੰਥ ਸਾਹਿਬ ਸੰਪੂਰਨ ਹੋਏ ਨਾ, ਵੱਡੇ ਵੱਡੇ ਪਾਪੀ ਮਹਾਰਾਜ ਨੇ ਇੱਕ ਖਿਨ ਵਿੱਚ ਬਖਸ਼ ਦਿੱਤੇ ਜੀ, ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ, ਗੁਰ ਕੀ ਸ਼ਰਧਾ ਬਰਦੈ ਮਨ ਮੈਂ। ਸਾਰਿਆਂ ਦੇ ਮਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਥਾਏ ਬਹੁਤੀ ਸ਼ਰਧਾ, ਬਹੁਤਾ ਹੀ ਪਿਆਰ ਆਪਣੇ ਗੁਰੂ ਜੀ ਦੇ ਪ੍ਰਥਾਏ ਵੱਧ ਰਿਹਾ। ਸੰਗਤ ਜੀ, ਲਾਭ ਤੇ ਇਹੋ ਹੀ ਹੈਗਾ ਨਾ ਜੀ। ਸਾਡੇ ਮਨ ਵਿੱਚ ਗੁਰੂ ਜੀ ਦੇ ਪ੍ਰਥਾਏ ਪਿਆਰ ਵਧੇ, ਸ਼ਰਧਾ ਵਧੇ, ਸਤਿਕਾਰ ਵਧੇ, ਮਨ ਨਿਰਮਲ ਹੋਵੇ ਜੀ। ਹਾਂਜੀ, ਉਠ ਸ਼੍ਰੀ ਗੁਰ ਆਵਤ ਭੇਪੁਰ ਕੋ। ਹੁਣ ਸਾਰਾ ਕਾਰਜ ਸੰਪੂਰਨ ਹੋ ਗਿਆ। ਮਹਾਰਾਜ ਫਿਰ ਆਪਣੇ ਪੁਰੀ ਵਿੱਚ ਆਏ, ਅੰਮ੍ਰਿਤਸਰ ਸ਼ਹਿਰ ਵਿੱਚ ਆਏ ਜੀ। ਹਾਂਜੀ, ਗੁਰਦਾਸ ਸਮੇਤ ਸੁਧੀ ਉਰ ਕੋ। ਨਾਲ ਬੜੀ ਸ੍ਰੇਸ਼ਟ ਬੁੱਧੀ ਵਾਲੇ ਭਾਈ ਗੁਰਦਾਸ ਜੀ ਆਏ ਹੈ, ਜਿਨ੍ਹਾਂ ਨੇ ਆਪਣੇ ਹੱਥੀਂ ਸਰੂਪ ਲਿਖਿਆ ਜੀ ਸਾਰਾ ਜੀ। ਗੁਰੂ ਅਰਜਨ ਦੇਵ ਮਹਾਰਾਜ ਤੇ ਭਾਈ ਗੁਰਦਾਸ ਜੀ ਨਗਰੀ ਵਿੱਚ ਆ ਰਹੇ ਤੁਰ ਕੇ ਜੀ, ਨਾਲ ਸਿੱਖ ਸੰਗਤਾਂ ਨੇ। ਹਾਂਜੀ, ਲੈ ਸੰਗ ਸੋ ਗ੍ਰੰਥ ਹੈ ਆਪਨ ਕੈ। ਹਾਂਜੀ, ਹਰ ਮੰਦਰ ਮੈਂ ਬਰ ਥਾਪਨ ਕੈ। ਹਜੂਰ ਮਹਾਰਾਜ ਵਿਚਾਰ ਬਣਾਉਂਦੇ ਐ ਵੀ ਗ੍ਰੰਥ ਸਾਹਿਬ ਜੀ ਨੂੰ ਹਰਮੰਦਰ ਸਾਹਿਬ ਵਿੱਚ ਥਾਪਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਹਰਮੰਦਰ ਸਾਹਿਬ ਵਿੱਚ ਥਾਪਣਾ ਹੈ।
ਹਰਿਮੰਦਰ ਸਾਹਿਬ ਵਿੱਚ ਇਹਦੀ ਸਥਾਪਨਾ ਕਰਨੀ ਹੈ। ਹਾਂਜੀ, ਹੋਏ ਪੂਜ ਸਦਾ ਇਸ ਥਾਨ ਬਿਖੈ। ਜਿੱਥੇ ਗ੍ਰੰਥ ਸਾਹਿਬ ਜੀ ਦੀ ਸਦਾ ਹੀ ਪੂਜਾ ਹੋਵੇ, ਸਤਿਕਾਰ ਹੋਏਗਾ। ਹਾਂਜੀ, ਬਹੁਰੋ ਸਮੁਦਾਇ ਪਠੈ ਸੋ ਲਿਖੈ। ਤੇ ਫਿਰ ਬਹੁਤ ਲੋਕ ਪੜ੍ਹਨਗੇ ਵੀ, ਸੁਣਨਗੇ ਵੀ, ਲੋਕਾਂ ਦਾ ਉਧਾਰ ਹੋਏਗਾ। ਇਹ ਵਿਚਾਰ ਸੋਚ ਕੇ ਮਹਾਰਾਜ ਤੁਰੇ ਜਾ ਰਹੇ ਨੇ ਜੀ। ਹਾਂਜੀ, ਇਸ ਭਾਂਤ ਕਰਿਓ ਘਰ ਫੇਰ ਗਏ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਵਿਚਾਰਾਂ ਸੋਚਦੇ ਹੋਏ ਘਰ ਜਾ ਰਹੇ ਨੇ ਜੀ। ਤੇ ਤੁਸੀਂ ਖੁਦ ਹਿਸਾਬ ਲਓ, ਜਿਸ ਦਿਨ ਦੀ ਬਾਣੀ ਲਿਖਾਉਣੀ ਆਰੰਭ ਕੀਤੀ, ਮਹਾਰਾਜ ਗੁਰੂ ਕੇ ਮਹਿਲ ਨਹੀਂ ਗਏ ਜੀ, ਘਰ ਨਹੀਂ ਗਏ ਜੀ। ਉੱਥੇ ਆ ਕੇ ਭਾਵੇਂ ਮਾਤਾ ਜੀ ਦਰਸ਼ਨ ਕਰ ਲੈਣ, ਕਿਸੇ ਨੂੰ ਇਜਾਜ਼ਤ ਹੀ ਨਹੀਂ ਸੀ ਹੈਗੀ ਜੀ ਉੱਧਰ ਆਉਣ ਦੀ ਜੀ। ਮਹਾਰਾਜ ਘਰ ਨਹੀਂ ਗਏ ਜੀ। ਵੇਖ ਲਓ, ਗੁਰੂ ਸਾਹਿਬ ਤੇ ਗੁਰੂ ਸਾਹਿਬ ਹੀ ਆ ਨਾ ਫਿਰ ਜੀ। ਇੱਥੇ ਟਾਈਮ ਹੋ ਜਾਂਦਾ ਹੈ ਤੇ ਬੰਦੇ ਸੋਚਦੇ ਹੁਣ ਛੁੱਟੀ ਕਦੋਂ ਹੋਏਗੀ ਜੀ, ਘਰ ਜਾਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਐਵੇਂ ਨਹੀਂ ਫਿਰ ਜੈ ਜੈਕਾਰਾਂ, ਐਵੇਂ ਨਹੀਂ ਵਡਿਆਈਆਂ ਹੈਗੀਆਂ ਜੀ। ਕੋਈ ਕਾਰਨ ਹੈਗਾ ਫੇਰ ਹੀ ਹੈਗੀਆਂ ਨਾ ਜੀ। ਕੱਜ ਕੇ ਆਖੋ ਵਾਹਿਗੁਰੂ। ਕਈ ਚਿਰ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਘਰ ਗਏ ਜੀ। ਹਾਂਜੀ, ਪਦ ਬੰਦਤ ਗੰਗ ਆਨੰਦ ਕੀਏ। ਮਾਤਾ ਗੰਗਾ ਜੀ ਨੇ ਫਿਰ ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਜੀ ਸੰਗਤਾਂ ਦੇ ਵਿੱਚ। ਤੇ ਵੇਖੋ, ਦੋ ਗੱਲਾਂ ਨੇ ਕਥਾ ਵਿੱਚ ਬੜੀ ਸਿੱਖਿਆ ਮਿਲਦੀ ਹੈ। ਇੱਕ ਤੇ ਮਾਤਾ ਗੰਗਾ ਜੀ ਦੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਵੀ ਨੇ ਜੀ, ਤਾਂ ਵੀ ਮੱਥਾ ਟੇਕਣਾ। ਤੇ ਦੂਜਾ ਪਤੀ ਪਰਮੇਸ਼ਰ ਵੀ ਨੇ ਜੀ। ਕੋਈ ਵਿਰਲੀ ਇਸਤਰੀ ਹੋਏਗੀ ਜਿਹੜੀ ਅੱਜ ਆਪਣੇ ਘਰ ਵਾਲੇ ਪਤੀ ਪਰਮੇਸ਼ਰ ਨੂੰ ਮੱਥਾ ਟੇਕਦੀ ਹੋਵੇ, ਨਹੀਂ ਤੇ ਡਰਾਉਂਦੀਆਂ ਹੀ ਨੇ ਜੀ ਸਾਰੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਡਰਾ ਹੀ ਦਿੰਦੀਆਂ ਜੀ, ਮੱਥਾ ਨਹੀਂ ਟੇਕਦੀਆਂ ਜੀ। ਮਾਤਾ ਜੀ ਕਿੰਨੇ ਸਮਤਵਾਨ ਨੇ, ਬੜੀਆਂ ਸੰਗਤਾਂ ਨਾਲ ਨੇ। ਮਹਾਰਾਜ ਲੰਮੇ ਸਮੇਂ ਬਾਅਦ ਘਰ ਆਏ ਹੈ। ਮਾਤਾ ਜੀ ਦੇ ਮਨ ਵਿੱਚ ਬੜਾ ਹੀ ਆਨੰਦ ਹੈ, ਬੜਾ ਹੀ ਆਨੰਦ ਹੈ, ਖੁਸ਼ੀ ਹੈ। ਤੇ ਸੰਗਤ ਜੀ, ਸੰਗਤ ਦੇ ਵਿੱਚ ਮਾਤਾ ਗੰਗਾ ਜੀ ਨੇ ਨਮਸਕਾਰ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਹਾਂਜੀ, ਨਿਸਬਾਸ ਕਰੈ ਘਰ ਫੇਰ ਸਦਾ। ਉਹਦੇ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਵੇਰੇ ਦੀਵਾਨ ਹਰਿਮੰਦਰ ਸਾਹਿਬ, ਰਾਤ ਨੂੰ ਘਰ ਰਹਿਣ ਲੱਗ ਪਏ ਜੀ। ਹਾਂਜੀ, ਹਰਿਮੰਦਰ ਆਵਹਿ ਪ੍ਰਾਤ ਜਦਾ। ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤੜਕੇ ਹੀ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਆ ਜਾਂਦੇ ਜੀ। ਹਾਂਜੀ, ਤਹ ਬੈਠਹਿ ਦਿਵਸ ਬਿਤਾਵਤ ਹੈ। ਉੱਥੇ ਬੈਠਿਆਂ ਹੀ, ਭਾਵ ਇਸ ਤਰੀਕੇ ਨਾਲ ਹਰਿਮੰਦਰ ਸਾਹਿਬ ਬੈਠਿਆਂ ਸਾਰਾ ਦਿਨ ਲੰਘ ਜਾਂਦਾ ਜੀ, ਸਫਲਾ ਹੋ ਜਾਂਦਾ। ਬੜੀਆਂ ਸੰਗਤਾਂ ਆਉਂਦੀਆਂ ਨੇ ਆਪਣੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੁੰਦੀਆਂ ਨੇ ਜੀ। ਹਾਂਜੀ, ਗੁਰਦਾਸ ਤੇ ਪਾਠ ਕਰਾਵਤ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਫਿਰ ਕਈ ਵਾਰ ਭਾਈ ਗੁਰਦਾਸ ਜੀ ਨੂੰ ਕਹਿਣਾ ਵੀ ਬਾਣੀ ਦਾ ਪਾਠ ਸੁਣਾਓ ਸਾਨੂੰ ਜੀ। ਹਾਂਜੀ, ਤਬ ਆਪ ਸੁਨੈ ਸਿੱਖ ਹੋਏ ਘਨੇ। ਬੜੇ ਸਿੱਖ ਫਿਰ ਬਾਣੀ ਦਾ ਪਾਠ ਵੀ ਸੁਣਦੇ। ਪਾਠ ਸੁਣਨ ਦਾ ਰਿਵਾਜ ਨਹੀਂ ਤੇ ਹੈਗਾ ਹੁਣ ਸਾਡੇ ਵਿੱਚ ਜੀ। ਪਾਠ ਸੁਣਨ ਦਾ ਰਿਵਾਜ ਨਹੀਂ ਹੈਗਾ। ਕਥਾ ਸੁਣਨ ਨਾਲੋਂ ਔਖਾ ਕੰਮ, ਜਿਹੜਾ ਮਹਿੰਗਾ ਕੰਮ, ਉਹ ਪਾਠ ਸੁਣਨਾ ਹੈਗਾ ਜੀ। ਪਾਠ ਨਹੀਂ ਸੁਣਿਆ ਜਾਂਦਾ ਜੀ। ਮਹਾਰਾਜ ਪਾਠ ਸੁਣਦੇ ਆ, ਸਿੱਖ ਸੰਗਤਾਂ ਪਾਠ ਸੁਣਦੀਆਂ ਨੇ ਜੀ। ਹਾਂਜੀ, ਧਰ ਪ੍ਰੇਮ ਮਹਾ ਸਤਨਾਮ ਭਨੇ। ਤੇ ਸਾਰੇ ਪਾਠ ਸੁਣ ਕੇ ਨਾ ਜੀ ਵੱਡਾ ਪ੍ਰੇਮ ਧਾਰਨ ਕਰਕੇ ਮੁਖੋਂ ਕਹਿੰਦੇ ਸਤਨਾਮ। ਪਾਠ ਸੁਣਦੇ ਆ, ਬੜੀ ਸੁੱਖ ਮਿਲਦਾ, ਵਾਹਿਗੁਰੂ ਬੜੀ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ। ਪਾਠੀ ਵੀ ਪਾਠ ਪ੍ਰੇਮ ਨਾਲ ਕਰਨ, ਸੁਣਨ ਵਾਲੇ ਨੂੰ ਕਿਉਂ ਨਹੀਂ ਸੁੱਖ ਮਿਲੇਗਾ ਜੀ। ਹਾਂਜੀ, ਨਾ ਪਾਠੀ ਪ੍ਰੇਮ ਨਾਲ ਕਰਨ ਵਾਲੇ ਹੈਗੇ ਜੀ, ਨਾ ਸੁਣਨ ਵਾਲੇ ਪ੍ਰੇਮ ਨਾਲ ਸੁਣਨ ਵਾਲੇ ਹੈਗੇ ਜੀ।
ਨਿਤ ਰੀਤ ਇਸੀ ਸੋ ਬਤੀਤ ਕਰੈ। ਸੋ ਮਹਾਰਾਜ ਇਸੇ ਰੀਤੀ ਅਨੁਸਾਰ ਦਿਨ ਬਤੀਤ ਕਰਦੇ, ਸਫਲਾ ਕਰਦੇ। ਬੇਅੰਤ ਸੰਗਤਾਂ ਆਉਂਦੀਆਂ, ਆਪਣੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਕਰਦੀਆਂ ਜੀ। ਹਾਂਜੀ। ਦਰਸੈ ਗਨ ਸੰਗਤ ਮੋਦ ਭਰੈ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਤੇ ਮੋਦ ਨਾਲ ਭਰ ਜਾਂਦੀਆਂ ਜੀ। ਹਾਂਜੀ। ਇੱਕ ਹੁੰਦਾ ਮੋਦ, ਇੱਕ ਹੁੰਦਾ ਪ੍ਰਮੋਦ। ਹਾਂਜੀ। ਮੋਦ ਦਾ ਅਰਥ ਹੁੰਦਾ ਬਹੁਤ ਖੁਸ਼ੀ, ਤੇ ਪ੍ਰਮੋਦ ਹੁੰਦਾ ਥੋੜੀ ਜਿਹੀ ਘੱਟ ਖੁਸ਼ੀ ਦੀ। ਹਾਂਜੀ। ਸੰਗਤਾਂ ਖੁਸ਼ੀ ਨਾਲ ਹੀ ਭਰ ਜਾਂਦੀਆਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ। ਤੇ ਹੁਣ ਇੱਕ ਵਾਰੀ ਸੁਰਤ ਫੇਰੀਏ ਹਾਂ, ਕਿਹੜੇ ਕਿਹੜੇ ਦਰਸ਼ਨ ਕਰਨ ਵਾਲੇ ਹੈਗੇ ਜੀ। ਆਖੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਭਾਈ ਸ਼ਾਲੋ ਜੀ ਵਰਗੇ, ਭਾਈ ਮੰਝ ਜੀ ਵਰਗੇ, ਭਾਈ ਭਗਤੂ ਜੀ ਵਰਗੇ, ਹਾਂਜੀ, ਭਾਈ ਬਹੌੜਾ ਜੀ ਵਰਗੇ ਬੜੇ ਬੜੇ ਬ੍ਰਹਮ ਗਿਆਨੀ ਸਿੱਖ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਪੈਂਦੇ ਜੀ। ਐਸੇ ਸਿੱਖ ਆਉਂਦੇ ਜਿਨ੍ਹਾਂ ਦੇ ਬਚਨ ਕਰਨ ਦੇ ਨਾਲ ਗੁੱਡੀ ਗੁੱਡਾ ਬਣ ਜਾਂਦੀ ਤੇ ਗੁੱਡਾ ਗੁੱਡੀ ਬਣ ਜਾਂਦੀ ਜੀ। ਐਸੇ ਬ੍ਰਹਮ ਗਿਆਨੀ ਸਿੱਖ ਆਉਂਦੇ ਸੱਚੇ ਪਾਤਸ਼ਾਹ ਕੋਲ, ਦਰਸ਼ਨ ਕਰਕੇ ਖੁਸ਼ੀ ਦੇ ਨਾਲ, ਚਾਅ ਨਾਲ ਭਰ ਜਾਂਦੇ ਜੀ। ਹਾਂਜੀ। ਬਹੁ ਦੇਸ਼ ਵਿਦੇਸ਼ਣ ਤੇ ਚੱਲ ਕੇ। ਫਿਰ ਇਸ ਦੇਸ਼ ਵਿੱਚੋਂ ਤੇ ਸੰਗਤ ਆਉਂਦੀ ਹੈ ਮਹਾਰਾਜ ਕੋਲ, ਵਿਦੇਸ਼ ਵਿੱਚੋਂ ਵੀ ਬੜੀ ਸੰਗਤ ਆਉਂਦੀ ਹੈ ਜੀ। ਉਦੋਂ ਵਿਦੇਸ਼ ਕੀ ਹੁੰਦਾ ਸੀਗਾ? ਮੁਲਤਾਨ, ਅਫਗਾਨਿਸਤਾਨ। ਹਾਂਜੀ। ਉਦੋਂ ਇਹ ਵਿਦੇਸ਼ ਹੁੰਦਾ ਸੀਗਾ ਜੀ। ਅਮਰੀਕਾ ਕੈਨੇਡਾ ਨਹੀਂ ਸੀ ਹੈਗੇ ਜੀ, ਇਹ ਤੇ ਬਾਅਦ ਵਿੱਚ ਖੋਜ ਹੋਈ ਹੈ ਜੀ। ਤੇ ਜੇ ਹੋਣਗੇ ਵੀ ਤੇ ਸਾਧਨ ਨਹੀਂ ਸੀ ਹੈਗੇ ਜੀ। ਪਰ ਵਿਦੇਸ਼ਾਂ ਵਿੱਚ, ਪੰਜਾਬ ਤੋਂ ਬਾਹਰ ਵਿਦੇਸ਼ ਹੀ ਮੰਨਿਆ ਜਾਂਦਾ ਸੀਗਾ ਜੀ। ਅਫਗਾਨਿਸਤਾਨ ਤੋਂ, ਪਿਸ਼ੌਰ ਤੋਂ, ਪਿਸ਼ਾਵਰ ਤੋਂ ਬੜੀਆਂ ਬੜੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਆ ਕੇ ਜੀ। ਹਾਂਜੀ। ਅਰਪੈ ਧਨ ਆਨ ਗੁਰੂ ਮਿਲ ਕੇ। ਗੁਰੂ ਸਾਹਿਬ ਜੀ ਨੂੰ ਮਿਲ ਕੇ ਤੇ ਆਪਣੀ ਜਮਾ ਪੂੰਜੀ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਉਹ ਗੁਰੂ ਜੀ ਨੂੰ ਭੇਟਾ ਕਰਦੀਆਂ ਜੀ। ਹਾਂਜੀ। ਦਸਵੰਧ ਕੱਢਦੀਆਂ ਜੀ। ਜੋ ਕਮਾਈ ਦਾ ਹਿੱਸਾ ਹੁੰਦਾ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਦੀਆਂ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਕੇ ਸੁੱਖ ਪ੍ਰਾਪਤ ਕਰਦੀਆਂ ਸੰਗਤਾਂ ਜੀ। ਹਾਂਜੀ। ਪਰਸੀ ਇਹ ਬਾਤ ਜਹਾਂ ਰੂ ਕਹਾਂ। ਸੋ ਜਿੱਥੇ ਕਿੱਥੇ ਨਹੀਂ ਇਹ ਗੱਲ ਪਸਰ ਗਈ ਜੀ। ਹਾਂਜੀ। ਇਹ ਗੱਲ ਫੈਲ ਗਈ। ਕੀ ਗੱਲ? ਹਾਂਜੀ। ਗੁਰ ਗ੍ਰੰਥ ਰਚਿਓ ਫਲ ਜਾਹੇ ਮਹਾ। ਗੁਰ ਗ੍ਰੰਥ ਰਚਿਓ ਫਲ ਜਾਹੇ ਮਹਾ। ਮਹਾਰਾਜ ਨੇ ਐਸਾ ਗ੍ਰੰਥ ਰਚਿਆ ਜਿਹਦਾ ਬੜਾ ਫਲ ਹੈ, ਕਹਿਣ ਲੱਗੇ, ਜਿਹਦੇ ਦਰਸ਼ਨ ਦਾ ਹੀ ਬੜਾ ਫਲ ਹੈਗਾ। ਹਾਂਜੀ। ਕਰ ਚਾਉ ਧਰੈ ਔਰ ਭਾਉ ਨਰੰਗ। ਹੁਣ ਜਦੋਂ ਵਿਦੇਸ਼ਾਂ ਚੋਂ ਵੀ ਪ੍ਰੇਮੀ ਸੁਣਦੇ ਆ, ਉਹ ਫਿਰ ਤਿਆਰੀਆਂ ਕਰਦੇ ਆ ਵੀ ਅਸੀਂ ਵੀ ਜਾ ਕੇ ਦਰਸ਼ਨ ਕਰੀਏ ਐਸੇ ਗ੍ਰੰਥ ਸਾਹਿਬ ਜੀ ਦੇ। ਹਾਂਜੀ। ਸਭ ਆਏ ਬਿਲੋਕਨ ਪਾਸ ਗੁਰੰਗ। ਸਾਰੇ ਮਹਾਰਾਜ ਜੀ ਦੇ ਕੋਲ ਆਉਂਦੇ ਆ ਤੇ ਫਿਰ ਦਰਸ਼ਨ ਕਰਦੇ ਆ। ਹਾਂਜੀ। ਕਰ ਪ੍ਰੀਤ ਸੁਨੈ ਸਤਨਾਮ ਜਪੈ। ਤੇ ਬਾਣੀ ਦਾ ਪਾਠ ਸੁਣਦੇ ਪ੍ਰੇਮ ਨਾਲ। ਮਹਾਰਾਜ ਰਾਮਸਰ ਸਾਹਿਬ ਵੀ ਬੈਠਦੇ ਆ। ਹਾਂਜੀ। ਤੇ ਬਾਣੀ ਦਾ ਪਾਠ ਸੁਣਦੇ ਪ੍ਰੇਮ ਨਾਲ, ਮਹਾਰਾਜ ਦੇ ਦਰਸ਼ਨ ਕਰਦੇ ਆ, ਲੰਗਰ ਛਕਦੇ ਆ, ਕੀਰਤਨ ਸੁਣਦੇ, ਕਥਾ ਸੁਣਦੇ ਆ। ਆਤਮਿਕ ਲਾਹੇ ਪ੍ਰਾਪਤ ਕਰਦੀ ਸੰਗਤ। ਹਾਂਜੀ। ਤਿਨ ਪਾਪ ਕਲਾਪਨ ਤਾਪ ਖਪੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਬੰਦੇ ਹੌਲੇ ਹੋ ਕੇ ਜਾਂਦੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੋਰ ਪ੍ਰੇਮ ਨਾਲ ਵਾਹਿਗੁਰੂ। ਕਈ ਵਾਰੀ ਕਥਾ ਕੀਰਤਨ ਸੁਣ ਕੇ ਬੰਦੇ ਨੂੰ ਇਉਂ ਮਹਿਸੂਸ ਹੋਏਗਾ ਵੀ ਮੈਂ ਹੌਲਾ ਹੋ ਗਿਆ ਜੀ। ਜਦੋਂ ਗੁਰੂ ਦੀ ਮਿਹਰ ਵਰਤਦੀ ਨਾ ਜੀ ਉਦੋਂ। ਤੇ ਜੇ ਰੋਜ਼ ਮਿਹਰ ਵਰਤੇ ਤੇ ਰੋਜ਼ ਹੀ ਬੰਦੇ ਨੂੰ ਲੱਗਦਾ ਜੀ। ਉਹ ਕਿਉਂ ਲੱਗਦਾ ਜੀ? ਪਾਪਾਂ ਦਾ ਬੋਝ ਘਟ ਜਾਂਦਾ ਜੀ। ਪਾਪਾਂ ਨੇ ਬੋਝ ਪਾਇਆ ਹੋਇਆ ਜੀ ਸਾਡੇ ਉੱਤੇ ਜੀ। ਹਾਂਜੀ। ਉਹ ਪਾਪ ਜਿੰਨਾ ਚਿਰ ਤੱਕ ਬੰਦੇ ਦੇ ਉੱਤੇ ਹੈਗੇ ਨਾ ਜੀ, ਬੰਦੇ ਨੂੰ ਕੁਛ ਚੰਗਾ ਨਹੀਂ ਲੱਗਦਾ, ਬੋਝ ਬੋਝ ਜਿਹਾ ਲੱਗਦਾ, ਭਾਰਾਪਨ ਜਿਹਾ ਲੱਗਦਾ ਜੀ। ਹਾਂਜੀ। ਕਈ ਬੰਦੇ ਕਹਿਣਗੇ ਜੀ ਮੇਰਾ ਸਿਰ ਭਾਰਾ ਹੀ ਰਹਿੰਦਾ ਜੀ।
ਉਹ ਪਾਪਾਂ ਦਾ ਬੋਝ ਹੁੰਦਾ ਜੀ। ਜਦੋਂ ਸੰਗਤ ਆ ਕੇ ਮਹਾਰਾਜ ਦੇ ਦਰਸ਼ਨ ਕਰਦੀ ਨਾ ਜੀ, ਪ੍ਰੇਮੀ ਹੌਲੇ ਹੋ ਜਾਂਦੇ ਜੀ, ਚਾਅ ਨਾਲ ਭਰ ਜਾਂਦੇ, ਖਿੜ ਜਾਂਦੇ ਆ, ਪਾਪ ਕੱਟ ਜਾਂਦੇ ਜੀ ਉਹਨਾਂ ਦੇ। ਹਾਂਜੀ, ਨਿਜ ਧਾਮਨ ਜਾਏ ਸੁਨਾਏ ਤਬੈ। ਤੇ ਫਿਰ ਨਾ ਜੀ ਆਪਣੇ ਘਰ ਵਿੱਚ ਜਾ ਕੇ ਵੀ ਇਹ ਗੱਲ ਦੱਸਦੇ ਆ। ਹਾਂਜੀ, ਦਰਸੈ ਹਮ ਭੀ ਉਮਗੰਤ ਸਬੈ। ਵੀ ਮਹਾਰਾਜ ਦੇ ਦਰਸ਼ਨ ਕੀਤੇ, ਬਹੁਤ ਕੁਝ ਮਿਲਿਆ ਸਾਨੂੰ, ਬੜੀ ਸ਼ਾਂਤੀ ਮਿਲੀ, ਬੜਾ ਪ੍ਰੇਮ ਮਿਲਿਆ ਗੁਰੂ ਜੀ ਦੇ ਦਰਸ਼ਨ ਕਰਕੇ, ਬਹੁਤ ਸੁੱਖ ਆਨੰਦ ਵਰਤਿਆ ਸਾਡੇ ਮਨ ਵਿੱਚ। ਸਾਡਾ ਜੀ ਕਰਦਾ ਬਾਰ-ਬਾਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾਈਏ, ਬਾਰ-ਬਾਰ ਉੱਥੇ ਜਾਈਏ, ਬਾਰ-ਬਾਰ ਉੱਥੇ ਜਾਈਏ। ਸਾਨੂੰ ਸੁੱਖ ਮਿਲਦਾ ਉੱਥੇ ਜਾ ਕੇ। ਆਤਮਾ ਦਾ ਸੁੱਖ ਹੀ ਬੰਦਾ ਚਾਹੁੰਦਾ ਜੀ। ਤੁਸੀਂ ਸੁਣਿਆ ਨਾ, ਭੱਟ ਸ਼ਾਂਤੀ ਨਹੀਂ ਮਿਲਦੀ ਕਿਤੇ ਉਹਨਾਂ ਨੂੰ ਜੀ। ਆਮ ਲੋਕ 11 ਭੱਟ ਕਹਿੰਦੇ ਆ, ਪਰ ਤੁਸੀਂ ਕਥਾ 'ਚ ਸੁਣਿਆ 13 ਨਾਮ ਸੁਣੇ ਜੀ ਉਹਨਾਂ ਦੇ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੀ ਦੂਰ ਦੂਰ ਤੱਕ ਸਿਫਤ ਹੁੰਦੀ ਹੈ। ਪ੍ਰੇਮੀ ਵੀ ਆ ਕੇ ਫਿਰ ਦਰਸ਼ਨ ਕਰਦੇ ਆ, ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ। ਹਾਂਜੀ, ਦੋਹਰਾ ਮੰਗਟ ਵਾਸੀ ਸਿੱਖ ਜੋ ਬੰਨੋ ਜਿਸ ਕੋ ਨਾਮ। ਤੇ ਸੰਗਤ ਜੀ ਮੰਗਟ ਇਲਾਕਾ ਹੈਗਾ ਜੀ ਇੱਕ ਜੀ, ਅੱਜ ਕੇ ਆਖੋ ਵਾਹਿਗੁਰੂ। ਮੰਗਟ ਇਲਾਕੇ ਦਾ ਨਾਮ ਹੈ ਜੀ। ਉੱਥੇ ਇੱਕ ਸਿੱਖ ਰਹਿੰਦਾ ਹੈ ਜੀ, ਉਹਦਾ ਨਾਮ ਹੈ ਭਾਈ ਬੰਨੋ। ਕੀ ਨਾਮ ਹੈ? ਭਾਈ ਬੰਨੋ ਨਾਮ ਹੈ ਜੀ ਉਹਦਾ ਜੀ। ਬਹੁ ਸੰਗਤ ਲੈ ਸੰਗ ਨਿਜ। ਆਪਣੇ ਨਾਲ ਬਹੁਤ ਸੰਗਤ ਉਹਨੇ ਨਾਲ ਲੈ ਕੇ ਆਉਣੀ ਜੀ। ਹਾਂਜੀ, ਦਰਸੈ ਗੁਰ ਅਬਰਾਮ। ਤੇ ਗੁਰੂ ਜੀ ਦੇ ਦਰਸ਼ਨ ਕਰਨੇ ਜੀ ਉਹਨੇ ਜੀ। ਭਾਈ ਬੰਨੋ ਨੇ ਨਾ ਜੀ ਆਪਣੇ ਨਾਲ ਬਹੁਤ ਸੰਗਤ ਲੈ ਕੇ ਆਉਣੀ, ਦਰਸ਼ਨ ਕਰਨੇ ਸੱਚੇ ਪਾਤਸ਼ਾਹ ਜੀ ਦੇ ਜੀ। ਕਈ ਪ੍ਰੇਮੀ ਆਪਣੇ ਨਾਲ ਬੜੀ ਬੜੀ ਸੰਗਤ ਲੈ ਕੇ ਆਉਂਦੇ, ਚੰਗੀ ਗੱਲ ਹੈਗੀ ਹੈ ਜੀ। ਹਾਂਜੀ, ਚੌਪਈ ਸੁਨ ਬੰਨੋ ਸਗਰੀ ਗੁਰ ਕਥਾ। ਮੰਗਟ ਸ਼ਹਿਰ ਵਿੱਚ ਰਹਿੰਦੇ ਭਾਈ ਬੰਨੋ ਨੂੰ ਇਸ ਗੱਲ ਦਾ ਪਤਾ ਲੱਗਾ ਕਰਿਓ ਗ੍ਰੰਥ ਸਭ ਬੇਦਨ ਮਥਾ। ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਤਤ ਮਤ ਵਾਲਾ ਇੱਕ ਗ੍ਰੰਥ ਸਾਹਿਬ ਰਚਿਆ। ਹਾਂਜੀ, ਗਨ ਸੰਗਤ ਲੈ ਕਰ ਤਬ ਆਇਓ। ਭਾਈ ਬੰਨੋ ਜੀ ਨੇ ਆਪਣੇ ਇਲਾਕੇ ਦੀ ਸੰਗਤ ਤਿਆਰ ਕੀਤੀ। ਸੰਗਤ ਜੀ ਚਲੋ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰੀਏ, ਮਹਾਰਾਜ ਜੀ ਦੇ ਦਰਸ਼ਨ ਕਰੀਏ, ਬੜਾ ਸੁੱਖ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਸੰਗਤ ਦਰਸ਼ਨ ਕਰਨ ਵਾਸਤੇ ਨਾਲ ਲੈ ਕੇ ਆਏ ਭਾਈ ਬੰਨੋ ਜੀ। ਹਾਂਜੀ, ਧਰੀ ਉਪਾਇਨ ਪੱਗ ਲਪਟਾਇਓ। ਆਏ ਐ, ਭੇਟਾ ਰੱਖੀ ਐ, ਤੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਆ ਕੇ ਜੀ। ਆਪਾਂ ਵੀ ਰੱਖੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਨੇ ਦਰਸ਼ਨ ਕੀਨਸ। ਸਭ ਸੰਗਤ ਨੇ ਜੋ ਭਾਈ ਬੰਨੋ ਜੀ ਦੇ ਨਾਲ ਆਈ ਹੈ, ਸਭਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ, ਤੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ ਜੀ। ਹਾਂਜੀ, ਸੁਨੋਹ ਗ੍ਰੰਥ ਸਾਹਿਬ ਹਿਤ ਦੀਨਸ। ਸੁਨਹਿ ਗ੍ਰੰਥ ਸਾਹਿਬ ਹਿਤ ਦੀਨਸ। ਬੜੇ ਪਿਆਰ ਨਾਲ ਬਾਣੀ ਦਾ ਪਾਠ ਵੀ ਸੁਣਿਆ ਜੀ। ਪ੍ਰੇਮੀ ਸਿੱਖ ਬੜੇ ਪ੍ਰੇਮ ਨਾਲ ਬਾਣੀ ਦਾ ਪਾਠ ਕਰਦੇ, ਸੁਖਮਣੀ ਸਾਹਿਬ ਦਾ ਪਾਠ ਵਿੱਚੋਂ ਪੜ੍ਹ ਕੇ ਸੁਣਾਉਂਦੇ ਆ। ਪ੍ਰੇਮੀਆਂ ਨੂੰ ਬਾਣੀ ਬੜਾ ਸੁੱਖ ਦਿੰਦੀ ਹੈ। ਸੰਗਤ ਜੀ ਜੇ ਬੰਦਾ ਬਾਣੀ ਸੁਣੀ ਚੱਲੇ, ਬਹੁਤ ਵੱਡਾ ਮਹਾਂਪੁਰਖ ਬਣਦਾ ਜੀ। ਪਰ ਬਾਣੀ ਸੁਣਨੀ ਜਿਹੜੀ ਨਾ, ਉਹ ਬੰਦੇ ਵਾਸਤੇ ਔਖਾ ਜਿਹਾ ਕੰਮ ਲੱਗਦਾ ਬੰਦੇ ਨੂੰ ਜੀ। ਧੰਨ ਧੰਨ ਬਾਬਾ ਠਾਕਰ ਸਿੰਘ ਜੀ, ਉਹਨਾਂ ਮਹਾਂਪੁਰਖਾਂ ਨੇ ਬੜਾ ਬੜਾ ਲੰਮਾ ਸਮਾਂ ਬਾਣੀ ਸੁਣਨੀ ਜੀ। ਹਾਂਜੀ, ਹੁਣ ਬਾਣੀ ਤੇ ਉਹੀ ਸੁਣ ਸਕਦਾ ਜਿਹੜਾ ਬਾਣੀ ਨਾਲ ਜੁੜਿਆ ਹੋਏਗਾ ਜੀ। ਪ੍ਰੇਮੀਆਂ ਨੇ ਆਉਣਾ, ਗੱਲਾਂ ਕਰਨੀਆਂ, ਮਹਾਂਪੁਰਖਾਂ ਕਿਸੇ ਨੂੰ ਗੱਲ ਨਾ ਕਰਨ ਦੇਣੀ, ਸਿੰਘ ਨੂੰ ਕਹਿਣਾ, ਇਸ਼ਾਰਾ ਕਰਨਾ ਵੀ ਬਾਣੀ ਪੜ੍ਹ, ਛੇਤੀ ਕਹਿਣ ਲੱਗੇ। ਹਾਂਜੀ, ਹੁਣ ਜਦੋਂ ਬਾਣੀ ਪੜ੍ਹਨੀ ਤੇ ਗੱਲਾਂ ਵਾਲਿਆਂ ਨੇ ਚਲੇ ਜਾਣਾ ਉੱਠ ਕੇ ਜੀ। ਬਾਣੀ ਸੁਣਨੀ ਸੌਖਾ ਕੰਮ ਨਹੀਂ ਹੈਗਾ, ਪਰ ਗੁਰੂ ਅਮਰਦਾਸ ਜੀ ਦਾ ਬਚਨ 'ਚ ਦੁੱਖ ਰੋਗ ਸੰਤਾਪ ਉਤਰੇ ਸੁਣੀ
ਸੱਚੀ ਬਾਣੀ। ਜੇ ਕੋਈ ਮਨ ਚਿੱਤ ਲਾ ਕੇ ਬਾਣੀ ਸੁਣੇ, ਸਭ ਦੁੱਖ ਉਤਰਦੇ ਉਹਦੇ ਜੀ। ਉਹ ਇੰਜੀਨੀਅਰ ਜਿਹੜਾ ਸੀਗਾ, ਵਾਹਿਗੁਰੂ ਸਾਇੰਟਿਸਟ, ਉਹਨੇ ਦਰਬਾਰ ਸਾਹਿਬ ਸੁਣਿਆ ਸੀ ਨਾ ਅਖੰਡ ਪਾਠ ਸਾਹਿਬ, ਤੇ ਮੱਧ ਤੇ ਵੀ ਨਹੀਂ ਅਜੇ ਕੰਮ ਆਇਆ, ਤੇ ਵਿੱਚੋਂ ਜੋਤ ਨਿਕਲੀ ਮਹਾਰਾਜ ਜੀ ਦੀ ਬਾਣੀ ਵਿੱਚੋਂ, ਉਹਦੇ ਇੱਥੇ ਪ੍ਰਵੇਸ਼ ਕੀਤੀ ਤਾਂ ਰਾਜੀ ਖੁਸ਼ੀ ਹੋ ਗਿਆ ਜੀ। ਮੰਜੀ ਸਾਹਿਬ ਵੀ ਉਹ ਬੋਲ ਕੇ ਗਿਆ ਸੀਗਾ ਜੀ। ਬਾਣੀ ਸੁਣਨ ਦਾ ਵਿਸ਼ਾ ਹੈ, ਬਾਣੀ ਪੜ੍ਹਨ ਦਾ ਵਿਸ਼ਾ ਹੈ, ਬਾਣੀ ਮੰਨਣ ਦਾ ਵਿਸ਼ਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੰਗਤਾਂ ਨੇ ਬੜੇ ਪ੍ਰੇਮ ਨਾਲ ਬਾਣੀ ਦਾ ਪਾਠ ਸੁਣਿਆ। ਕੇਤਿਕ ਦਿਨ ਬਾਸੇ ਗੁਰ ਤੀਰ। ਕੁਝ ਕੁ ਦਿਨ ਫਿਰ ਉਹ ਮਹਾਰਾਜ ਜੀ ਦੇ ਕੋਲ ਵੀ ਰਹੇ ਜੀ। ਅਜੇ ਜਿਲਤ ਸਾਜੀ ਨਹੀਂ ਹੋਈ ਜੀ। ਹਾਂਜੀ। ਲੀਏ ਸੰਗ ਸੰਗਤ ਕੀ ਭੀਰ। ਤੇ ਭਾਈ ਬੰਨੋ ਜੀ ਸੰਗਤ ਦੀ ਭੀੜ ਨਾਲ ਲੈ ਕੇ, ਇਕੱਠ ਨਾਲ ਲੈ ਕੇ ਭਇਓ ਤਿਆਰ ਗਰ ਅੰਚਰ ਡਾਰੀ। ਤੇ ਜਾਣ ਵਾਸਤੇ ਤਿਆਰ ਹੋਏ ਜੀ। ਹਾਂਜੀ। ਗਲ 'ਚ ਪੱਲਾ ਪਾਇਆ ਜੀ ਤੇ ਅਰਦਾਸ ਸ਼ੁਰੂ ਕੀਤੀ ਜੀ। ਸੁਣਿਓ ਧਿਆਨ ਨਾਲ ਸਾਰੀ ਗੱਲ। ਹਾਂਜੀ। ਬੇਨਤੀ ਸ਼੍ਰੀ ਗੁਰ ਅਗਰ ਉਚਾਰੀ। ਹਾਂਜੀ। ਨਾਮ ਗਰੀਬ ਨਿਵਾਜ ਤੁਮਾਰਾ। ਹਾਂਜੀ। ਨਿਸਬਾਸੁਰ ਠਾਨਤ ਉਪਕਾਰਾ। ਹੇ ਸੱਚੇ ਪਾਤਸ਼ਾਹ, ਤੁਸੀਂ ਗਰੀਬ ਨਵਾਜ ਹੋ, ਦਿਨ ਰਾਤ ਭਲਾ ਕਰਦੇ ਹੋ ਸਿੱਖ ਸੰਗਤਾਂ ਦਾ। ਹਾਂਜੀ। ਕਲ ਕੇ ਨਰਨ ਉਠਾਰਨ ਕਾਰਨ। ਕਲਯੁਗ ਦੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ, ਭਲਾ ਕਰਨ ਵਾਸਤੇ। ਹਾਂਜੀ। ਸਮਝ ਹਾਜ ਕੇ ਗ੍ਰੰਥ ਸੁਧਾਰਨ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਗ੍ਰੰਥ ਸਾਹਿਬ ਤਿਆਰ ਕੀਤੇ ਹੈ। ਹਾਂਜੀ। ਦੀਜਹ ਗ੍ਰੰਥ ਸਾਹਿਬ ਹਮ ਮੰਗਾ। ਤੇ ਫਿਰ ਨਾ ਜੀ ਭਾਈ ਬੰਨੋ ਜੀ ਨੇ ਅਜੀਬ ਹੀ ਮੰਗ ਲਈ ਜੀ। ਗੱਜ ਕੇ ਆਖੋ ਵਾਹਿਗੁਰੂ। ਪਤਾ ਭਾਈ ਬੰਨੋ ਜੀ ਕੀ ਕਹਿੰਦੇ? ਸੱਚੇ ਪਾਤਸ਼ਾਹ, ਮੈਨੂੰ ਗ੍ਰੰਥ ਸਾਹਿਬ ਕੁਝ ਦਿਨਾਂ ਲਈ ਮੰਗਵਾ ਦੇ ਦਿਓ। ਕਹਿਣ ਲੱਗੇ, ਮੈਨੂੰ ਚਾਹੀਦਾ ਸੱਚੇ ਪਾਤਸ਼ਾਹ। ਹਾਂ। ਸਭ ਸਿੱਖਣ ਕੋ ਮਨ ਅਨੁਰਾਗਾ। ਮਹਾਰਾਜ, ਸਾਡੇ ਸਾਰੇ ਇਲਾਕੇ ਦੀ ਮੰਗ ਹੈ, ਸੱਚੇ ਪਾਤਸ਼ਾਹ ਸਾਨੂੰ ਗ੍ਰੰਥ ਸਾਹਿਬ ਚਾਹੀਦੇ ਨੇ। ਹਾਂਜੀ। ਦੇਸ਼ ਬਿਖੈ ਸੰਗਤ ਸਮੁਦਾਈ। ਹਾਂਜੀ। ਦਰਸ਼ਨ ਕਰਿਓ ਚਹਿਤ ਹਿਤ ਲਾਈ। ਮਹਾਰਾਜ, ਸੰਗਤਾਂ ਬਾਣੀ ਪੜ੍ਹਨਾ ਚਾਹੁੰਦੀਆਂ ਨੇ, ਦਰਸ਼ਨ ਕਰਨਾ ਚਾਹੁੰਦੀਆਂ ਨੇ, ਸਾਡੇ ਇਲਾਕੇ ਦੀਆਂ ਸੰਗਤਾਂ। ਹਾਂਜੀ। ਅਬਲੋ ਲਿਖਿਓ ਗਇਓ ਨਹੀਂ ਦੂਜਾ। ਹਾਂਜੀ। ਜਿਸਲੇ ਜਾਹੇ ਕਰਹਿ ਤਿਹ ਪੂਜਾ। ਤੇ ਗਰੀਬ ਨਵਾਜ, ਹੋਰ ਕੋਈ ਹੈ ਵੀ ਨਹੀਂ ਸਰੂਪ ਜਿਹਨੂੰ ਲੈ ਜਾਈਏ ਤੇ ਲਿਜਾ ਕੇ ਪੂਜਾ ਕਰੀਏ ਇਹਦੀ ਮਹਾਰਾਜ। ਹਾਂਜੀ। ਸਭ ਸੰਗਤ ਕੀ ਹੈ ਇਹ ਬਿਨਤੀ। ਘਰ ਤੇ ਚਲਤ ਕੀਨ ਇਮ ਗਿਣਤੀ। ਗਰੀਬ ਨਵਾਜ ਸੱਚੇ ਪਾਤਸ਼ਾਹ, ਸਾਡੀ ਸਾਰਿਆਂ ਦੀ ਇਹ ਇੱਛਾ ਹੈ। ਅਸਲ ਵਿੱਚ ਜਦੋਂ ਅਸੀਂ ਤੁਰੇ ਸਾਂ ਨਾ, ਸਾਡੀ ਉਦੋਂ ਹੀ ਇਹ ਇੱਛਾ ਸੀ, ਤੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਹੈ, ਕੁਝ ਦਿਨਾਂ ਲਈ ਸਾਨੂੰ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਗਵਾ ਦੇ ਦਿਓ। ਇਹ ਕੋਈ ਪੈਂਟ ਕਮੀਜ਼ ਥੋੜੀ ਹੈਗੀ ਵੀ ਮੰਗਵਾ ਲੈ ਲੇ ਜੀ ਬੰਦਾ ਜੀ। ਇਹ ਮਹਾਰਾਜ ਜੀ ਦੀ ਬਾਣੀ ਜੁਗੋ ਜੁਗ ਅਟਲ ਬਾਣੀ ਜੀ। ਸੁਨ ਸ਼੍ਰੀ ਅਰਜਨ ਹਿਰਦੈ ਵਿਚਾਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸੋਚਣ ਲੱਗ ਪਏ ਜੀ। ਹਾਂਜੀ। ਇਹ ਜਾਚਨ ਇਨ ਕੀ ਨਸ ਭਾਰੀ। ਇਹ ਤੇ ਬੜੀ ਭਾਰੀ ਮੰਗ ਲਈ ਇਹਨੇ, ਬੜੀ ਵੱਡੀ ਮੰਗ ਲਈ ਭਾਈ ਬੰਨੋ ਨੇ। ਹਾਂਜੀ। ਕਿਮ ਹਮ ਦੇ ਸਕਹਿ ਇੱਕ ਹੋਵਾ। ਇੱਕ ਹੀ ਸਰੂਪ ਹੈ ਤੇ ਕਿਵੇਂ ਦਈਏ ਇਹਨੂੰ। ਹਾਂਜੀ। ਨਹਿ ਦੇ ਸਿੱਖ ਮਾਨ ਕੋ ਖੋਵਾ। ਪਰ ਮਹਾਰਾਜ ਕਿੰਨੇ ਦਿਆਲੂ ਨੇ। ਮਹਾਰਾਜ ਸੋਚਦੇ ਵੀ ਜੇ ਅਸੀਂ ਨਾ ਦਿੱਤਾ ਇਹਨੂੰ, ਇਹਦਾ ਮਾਣ ਨਹੀਂ ਰਹਿਣਾ। ਇਹਨੇ ਸਾਨੂੰ ਪ੍ਰੇਮ ਨਾਲ ਬੇਨਤੀ ਕੀਤੀ ਹੈ, ਭਾਈ ਬੰਨੋ ਦਾ ਮਾਣ ਨਹੀਂ ਰਹਿਣਾ। ਹਾਂਜੀ। ਦੂਜਾ ਲਿਖਿਓ ਜਾਏ ਇਹ ਜੈਸੇ। ਹਾਂਜੀ। ਤੋ ਸੁਖੈਨ ਦੇਬੋ ਇਹ ਲੈਸੇ। ਹੁਣ ਕੋਈ ਦੂਜਾ ਸਰੂਪ ਇਹਦੇ ਨਾਲ ਦਾ ਲਿਖਿਆ ਜਾਵੇ, ਫਿਰ ਤੇ ਭਾਈ ਬੰਨੋ ਨੂੰ ਦਿੱਤਾ ਜਾਵੇ। ਮਹਾਰਾਜ ਕਹਿਣ ਲੱਗੇ, ਪਰ ਦੂਜਾ ਸਰੂਪ ਤੇ ਹੈ ਹੀ ਕੋਈ ਨਹੀਂ ਹੈ, ਇੱਕੋ ਹੀ ਸਰੂਪ ਹੈ। ਹਾਂਜੀ।
ਅਬ ਤੋ ਤਿਆਰ ਏਕ ਹੀ ਅਹੈ ਹਾਂਜੀ। ਇਸ ਪ੍ਰਕਾਰ ਇਹ ਸਿੱਖ ਸੋ ਕਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿ ਰਹੇ ਕਿਸ ਪ੍ਰਕਾਰ, ਕਹਿੰਦੇ ਹੁਣ ਤੇ ਇੱਕੋ ਹੀ ਸਰੂਪ ਹੈ, ਸਿੱਖ ਨੂੰ ਕਿਵੇਂ ਦੇ ਦਈਏ, ਹੈ ਵੀ ਔਖੀ ਦੀ ਗੱਲ ਹੈ ਜੀ। ਹਾਂਜੀ। ਇਕ ਤੋ ਸੰਗਤ ਕੋ ਮੋਹਰੇਲੀ, ਇੱਕ ਤੇ ਸੰਗਤ ਦਾ ਮੋਹਰੀ ਹੈ, ਆਗੂ ਹੈ ਭਾਈ ਬੰਨੋ, ਤੇ ਆਗੂ ਬੰਦੇ ਦੀ ਵੇਖੋ ਇੱਜ਼ਤ ਹੁੰਦੀ ਹੈ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਆਗੂ ਬੰਦੇ ਦੀ ਇੱਜ਼ਤ ਹੁੰਦੀ ਹੈ ਜੀ, ਇਹਦੇ ਨਾਲ ਸੰਗਤ ਬਹੁਤ ਹੁੰਦੀ ਹੈ। ਆਗੂ ਹੈਗਾ ਮਹਾਰਾਜ ਕਹਿਣ ਲੱਗੇ। ਦੂਜਾ ਪ੍ਰੇਮੀ ਅਹ ਮਹਾਨਾ, ਉਤੋਂ ਪ੍ਰੇਮ ਵੀ ਕਰਦਾ ਸਾਡੇ ਨਾਲ, ਕਹਿਣ ਲੱਗੇ। ਵੇਖੋ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਦਾ ਵਿਚਾਰ ਕਰਨਾ ਹੁੰਦਾ। ਇਹ ਗੁਣ ਤੁਸੀਂ ਕਰ ਲਓ ਆਪਣੇ ਵਿੱਚ ਦੀ, ਸੰਗਤ ਜੋੜੋ, ਆਖੋ ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਦਰਸ਼ਨ ਕਰਨ ਚੱਲੀਏ, ਆਓ। ਪਰਸੋਂ ਇੱਕ ਬੀਬੀ ਜੀ ਬਲਬੀਰ ਕੌਰ ਜੀ ਚੜ੍ਹਾਈ ਕਰ ਗਏ ਜੀ। ਹਾਂਜੀ, ਇੱਥੇ ਗੁਰਪੁਰਬ ਤੇ ਉਹਨਾਂ ਨੇ ਬੜੀ ਸੰਗਤ ਨਾਲ ਲੈ ਕੇ ਆਉਣੀ ਜੀ, ਉਸ ਇਲਾਕੇ ਦੀਆਂ ਸਾਰੀਆਂ ਬੀਬੀਆਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਜੀ। ਤੇ ਐਸੇ ਸਿੱਖਾਂ ਦਾ ਫਿਰ ਮਾਣ ਰੱਖਣਾ ਪੈਂਦਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਸੋਚ ਰਹੇ ਵੀ ਪ੍ਰੇਮੀ ਵੀ ਹੈਗਾ, ਹੈ ਵੀ ਆਗੂ ਹੈ। ਹਾਂਜੀ। ਨਹੀਂ ਦੇਹ ਤੋ ਹੱਥ ਹੋਏ ਮਾਨਾ, ਹੁਣ ਜੇ ਦੀ ਗੱਲ ਨਾ ਮੰਨੀਏ ਤਾਂ ਸਤਿਕਾਰ ਨਹੀਂ ਰਹਿੰਦਾ, ਮਹਾਰਾਜ ਕਹਿਣ ਲੱਗੇ। ਹਾਂਜੀ। ਕੇਤਿਕ ਕਾਲ ਤੂਸ਼ਨ ਭਗਵੰਤੇ, ਭਾਈ ਬੰਨੋ ਦੀ ਗੱਲ ਸੁਣ ਕੇ ਸੱਚੇ ਪਾਤਸ਼ਾਹ ਕੁਝ ਸਮੇਂ ਲਈ ਕੀ ਹੋ ਗਏ, ਸ਼ਾਂਤ ਹੋ ਗਏ, ਚੁੱਪ ਹੋ ਗਏ ਜੀ, ਕੋਈ ਬਚਨ ਨਹੀਂ ਕੀਤਾ ਜੀ। ਹਾਂਜੀ। ਦੇਹ ਕੇ ਨਹੀਂ ਹਿਰਦੇ ਚਿਤਵੰਤੇ, ਦੇਹ ਕੇ ਨਹੀਂ ਹਿਰਦੇ ਚਿਤਵੰਤੇ, ਮਨ ਚ ਸੋਚਦੇ ਆ ਸਰੂਪ ਦਈਏ ਜਾਂ ਨਾ ਦਈਏ, ਕੱਜ ਕੇ ਆਖੋ ਵਾਹਿਗੁਰੂ। ਦੇਖੋ ਨਾ ਜੀ, ਇੰਨੀ ਕੀਮਤੀ ਵਸਤੂ ਕਿੱਥੋਂ ਗੋਇੰਦਵਾਲ ਸਾਹਿਬ ਤੋਂ ਬਾਣੀ ਦੀਆਂ ਪੋਥੀਆਂ ਲਿਆਉਂਦੀਆਂ, ਤੇ ਕਿੰਨੇ ਸਾਲਾਂ ਦੀ ਮਿਹਨਤ ਲੱਗੀ ਹੈ। ਹਾਂਜੀ। ਪੁਨ ਬੋਲੇ ਸ੍ਰੀ ਗੁਰੂ ਗੋਸਾਈ, ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕੁਝ ਸਮਾਂ ਸ਼ਾਂਤ ਰਹਿ ਕੇ ਫਿਰ ਗੁਰੂ ਜੀ ਨੇ ਬਚਨ ਕੀਤਾ। ਬਿਖਮ ਬਾਤ ਇਹ ਬੰਨੋ ਭਾਈ, ਬਿਖਮ ਬਾਤ ਇਹ ਬੰਨੋ ਭਾਈ। ਮਹਾਰਾਜ ਕਹਿੰਦੇ ਭਾਈ ਬੰਨੋ ਔਖੀ ਗੱਲ ਹੈ, ਕਹਿਣ ਲੱਗੇ। ਹਾਂਜੀ। ਬੇਨਤੀ ਕਰਤ ਰਹਿਓ ਹੋਏ ਠਾਂਡੋ, ਖੜੇ ਹੋ ਕੇ ਉਹ ਬੇਨਤੀ ਕਰਦਾ ਹੀ ਰਿਹਾ ਜੀ, ਮਹਾਰਾਜ ਕਿਰਪਾ ਕਰੋ, ਕੁਝ ਦਿਨਾਂ ਲਈ ਮੰਗਵਾ ਦੇ ਦਿਓ। ਹਾਂਜੀ। ਲੈ ਬੇ ਗ੍ਰੰਥ ਪ੍ਰੇਮ ਔਰ ਬਾਡੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਲੈਣ ਦਾ ਬਹੁਤਾ ਹੀ ਪ੍ਰੇਮ ਭਾਈ ਬੰਨੋ ਜੀ ਦੇ ਮਨ ਚ ਆਇਆ ਜੀ। ਹੁਣ ਵੇਖੋ ਨਾ ਜੀ, ਬਹੁਤ ਸਾਰੇ ਗੁਰਸਿੱਖਾਂ ਦੇ ਮਨ ਵਿੱਚ ਚਾਅ ਹੋ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਵੀ ਆਉਣ ਜੀ, ਅਸੀਂ ਵੀ ਗੁਰੂ ਜੀ ਦੀ ਸੇਵਾ ਕਰੀਏ। ਮੈਂ ਇੱਕ ਪ੍ਰੇਮੀ ਸਿੱਖ ਨੂੰ ਵੇਖਿਆ, ਬੜੀ ਮੈਨੂੰ ਖੁਸ਼ੀ ਹੋਈ ਜੀ। ਹਾਂਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਸ ਸਿੱਖ ਦੇ ਘਰ ਗਏ ਨਾ ਜੀ, ਉਹ ਮੋਟੇ ਮੋਟੇ ਹੰਝੂ ਰੋਵੇ ਜੀ। ਤੇ ਮੈਂ ਮੂਰਖ, ਮੈਂ ਉਹਨੂੰ ਕਹਾਂ ਵੀ ਤੇਰੇ ਘਰ ਗੁਰੂ ਸਾਹਿਬ ਆਏ, ਤੂੰ ਰੋਨਿਆ? ਕਹਿਣ ਲੱਗਾ ਨਹੀਂ ਨਹੀਂ, ਮੇਰੇ ਤੇ ਖੁਸ਼ੀ ਵਿੱਚ ਆਉਂਦੇ ਆ ਹੰਝੂ, ਐਡੇ ਵੱਡੇ ਸੱਚੇ ਪਾਤਸ਼ਾਹ ਸਾਡੇ ਘਰ ਆਏ ਨੇ, ਸਾਡੇ ਘਰ ਆਏ ਨੇ ਜੀ। ਕੋਈ ਵਿਰਲਾ ਵਿਰਲਾ ਹੁੰਦਾ ਜੀ, ਇੰਨਾ ਪਿਆਰ ਸਤਿਕਾਰ ਕਰਨ ਵਾਲਾ ਜੀ। ਹਾਂਜੀ। ਬਹੁਤ ਸਾਰੇ ਗੁਰਸਿੱਖਾਂ ਨੇ ਆਪਣੇ ਘਰਾਂ ਵਿੱਚ ਬਹੁਤ ਬਹੁਤ ਵਧੀਆ ਕਮਰੇ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਏਮਾਨ ਕੀਤਾ ਜੀ। ਭਾਈ ਬੰਨੋ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ, ਕੁਝ ਦਿਨਾਂ ਲਈ ਸਰੂਪ ਦੇ ਦਿਓ। ਆਹ ਏਕ ਕਿਮ ਦਿਓ ਨਾ ਜਾਈ, ਹਾਂਜੀ। ਤਬ ਤੇਰੋ ਮਾਨ ਸੋ ਘਟ ਜਾਈ। ਮਹਾਰਾਜ ਫਿਰ ਕਹਿਣ ਲੱਗੇ ਭਾਈ ਬੰਨੋ ਸਰੂਪ ਇੱਕ ਹੀ ਹੈ, ਜੇ ਤੈਨੂੰ ਨਾ ਕਰੀਏ ਤੇਰਾ ਮਾਣ ਘਟਦਾ, ਪਰ ਕਰੀਏ ਕੀ, ਕਹਿਣ ਲੱਗੇ। ਹਾਂਜੀ। ਅਨਬਨ ਬਣੀ ਕਹਾ ਕਿਆ ਤੋਹੀ, ਬਣਦਾ ਨਹੀਂ, ਪਰ ਮਹਾਰਾਜ ਕਹਿੰਦੇ ਹੁਣ ਤੈਨੂੰ ਕੀ ਕਹੀਏ। ਹਾਂਜੀ। ਅਬ ਸੁਣ ਲੈ ਹੋ ਨੀਕ ਜਿਮ ਹੋਹੀ, ਤੇ ਹੁਣ ਫਿਰ ਤੂੰ ਸੁਣ ਜਿਵੇਂ ਉਚਿਤ ਹੈ, ਜੋ ਕਰਨਾ ਚਾਹੀਦਾ ਹੈ। ਹਾਂਜੀ। ਆਪਣੀ ਪੂਰੀ ਰਾਖ ਇਹ ਰਾਤੀ, ਲੈ ਜੋ ਸਰੂਪ ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵੇਖ ਲੋ ਕਮਾਲ ਦੀ ਗੱਲ ਜੀ। ਹਾਂਜੀ।
ਅੰਤਰਜਾਮੀ ਮਹਾਰਾਜ ਜਾਣਦੇ ਵੀ ਆ ਵੀ ਰਸਤੇ 'ਚ ਕੀ ਹੋਣਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੈ ਜਾਓ ਸਰੂਪ, ਕੋਈ ਗੱਲ ਨਹੀਂ। ਹਾਂਜੀ, ਆਪਣੀ ਪੂਰੀ ਰਾਖ ਇੱਕ ਰਾਤੀ, ਪਰ ਰੱਖਿਓ ਇੱਕ ਰਾਤ ਹੀ ਆਪਣੇ ਘਰ, ਕਹਿਣ ਲੱਗੇ ਆਪਣੇ ਨਗਰ 'ਚ ਨਾ ਇੱਕ ਰਾਤ ਸਰੂਪ ਰੱਖਿਓ। ਹਾਂਜੀ, ਲੈ ਕਰ ਹਟ ਹੋਏ ਜਬ ਪ੍ਰਾਤੀ। ਦਿਨ ਚੜ੍ਹਦਿਆਂ ਹੀ ਮਹਾਰਾਜ ਕਹਿਣ ਲੱਗੇ ਸਾਡੇ ਵੱਲ ਫਿਰ ਸਰੂਪ ਲੈ ਆਇਓ, ਕੋਈ ਗੱਲ ਨਹੀਂ, ਤੂੰ ਮੁਖੀ ਸਿੱਖ ਹੈਗਾ, ਆਗੂ ਹੈਗਾ, ਮਹਾਰਾਜ ਕਹਿਣ ਲੱਗੇ। ਹਾਂਜੀ, ਦੁੱਤੇ ਰਾਤ ਰਾਖੋ ਨਹਿ ਕੈਸੇ। ਪਰ ਭਾਈ ਬੰਨੋ ਲਾਲਚ ਨਾ ਕਰੀ ਤੇ ਦੂਜੀ ਰਾਤ ਸਰੂਪ ਨਹੀਂ ਉਹ ਰੱਖਣਾ, ਕਹਿਣ ਲੱਗੇ ਫਿਰ ਨਾ ਤੇਰੇ ਮਨ 'ਚ ਲਾਲਚ ਆ ਜਾਵੇ। ਹਾਂਜੀ, ਅਬ ਲੈ ਜਾਹੁ ਲਿਆਏ ਪੁਨ ਤੈਸੇ। ਲੈ ਜਾ ਤੇ ਫਿਰ ਇਸੇ ਤਰ੍ਹਾਂ ਸਰੂਪ ਨੂੰ ਵਾਪਸ ਵੀ ਲੈ ਕੇ ਆਉਣਾ ਈ। ਹਾਂਜੀ, ਅਦਬ ਸਾਥ ਰਾਖੋ ਚੁਕ ਸਾਈ। ਬੜੀ ਚੌਕਸੀ ਨਾਲ ਰੱਖਣਾ, ਸਾਵਧਾਨੀ ਨਾਲ ਰੱਖਣਾ ਤੇ ਅਦਬ ਵੀ ਪੂਰਾ ਕਰਨਾ ਹੀ, ਕਹਿਣ ਲੱਗੇ। ਕੌਣ ਕਹਿ ਰਿਹਾ ਜੀ? ਗੱਜ ਕੇ ਕਿਹਾ ਕਰੋ ਨਾ। ਹਾਂ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਜੀ। ਹਾਂਜੀ, ਸੰਗਤ ਅਲ ਬਾਲਹਿ ਸਮੁਦਾਈ। ਸੰਗਤ ਅਲ ਬਾਲਹਿ ਸਮੁਦਾਈ, ਮਹਾਰਾਜ ਕਹਿਣ ਲੱਗੇ ਸਾਰੀ ਸੰਗਤ ਚਾਰੇ ਪਾਸੇ ਰੱਖਣੀ, ਮਹਾਰਾਜ ਕਹਿਣ ਲੱਗੇ। ਹਾਂਜੀ, ਇਮ ਕਹਿ ਦਿਓ ਗ੍ਰੰਥ ਲੈ ਚਾਲਾ। ਇਹ ਕਹਿ ਕੇ ਸਤ ਬਚਨ ਕਰਕੇ ਬਹੁਤ ਸਿੱਖ ਨਾਲ ਲਏ, ਆਪਣੇ ਇਲਾਕੇ ਦੀ ਸੰਗਤ ਨਾਲ ਲਈ, ਸ਼ੰਖ ਧੂਪਾਂ ਘੰਟੇ ਘੰਟੀਆਂ ਨਾਲ ਵਜਾਉਂਦੇ ਹੋਏ ਮਹਾਰਾਜ ਜੀ ਦਾ ਸਰੂਪ ਲੈ ਗਏ ਜੀ, ਪਾਲਕੀ ਸਾਹਿਬ 'ਚ ਰੱਖ ਕੇ। ਹਾਂਜੀ, ਉਦੋਂ ਦੱਸਦੇ ਆ ਪ੍ਰੇਮੀ ਵੀ ਜਿਲਤ ਪੱਕੇ ਤੌਰ ਤੇ ਨਹੀਂ ਸੀ ਸੱਜੀ ਹੋਈ ਜੀ, ਅੰਗ ਇਕੱਠੇ ਕਰਕੇ ਨਾ ਜੀ ਤੇ ਸਤਿਕਾਰ ਨਾਲ ਇੱਕ ਰੁਮਾਲ ਵਿੱਚ ਰੱਖੇ ਜਾਂਦੇ ਸੀਗੇ ਜੀ। ਹਾਂਜੀ, ਸੰਗਤ ਜਿਸ ਕੇ ਸੰਗ ਵਿਸਾਲਾ। ਸੰਗਤ ਬਹੁਤ ਹੈ ਨਾਲ ਜੀ। ਹਾਂਜੀ, ਨਿਕਸ ਗੁਰੂਪੁਰ ਹਿਰਦੈ ਵਿਚਾਰਾ। ਨਿਕਸ ਗੁਰੂਪੁਰ, ਅੰਮ੍ਰਿਤਸਰੋਂ ਬਾਹਰ ਆਏ ਜੀ ਭਾਈ ਬੰਨੋ ਜੀ, ਤੇ ਭਾਈ ਬੰਨੋ ਜੀ ਨੇ ਵਿਚਾਰ ਕੀਤੀ ਜੀ ਆਪਣੇ ਮਨ 'ਚ ਜੀ। ਵੇਖਿਓ ਕਈ ਵਾਰੀ ਬੰਦਾ ਆਪਣੇ ਵੱਲੋਂ ਤੇ ਭਲਾ ਸੋਚਦਾ ਹੈ, ਪਰ ਜੇ ਗੁਰੂ ਦੀ ਖੁਸ਼ੀ ਨਾ ਹੋਵੇ ਤਾਂ ਭਲਾ ਭਲਾ ਨਹੀਂ ਮੰਨਿਆ ਜਾਂਦਾ ਜੀ। ਹਾਂਜੀ, ਚੇਤਾ ਰੱਖਿਓ, ਜਿੱਦ ਕਰਕੇ ਲਈ ਹੋਈ ਚੀਜ਼ ਵਿੱਚ ਸੁੱਖ ਨਹੀਂ ਹੈਗਾ ਜੀ। ਜਿੱਦ ਕਰਕੇ ਲਈ ਹੋਈ ਚੀਜ਼ ਵਿੱਚ ਜੀ, ਬੱਚੇ ਜਿੱਦ ਕਰਕੇ ਮੋਟਰਸਾਈਕਲ ਲੈ ਜਾਂਦੇ, ਪਤਾ ਉਦੋਂ ਹੀ ਲੱਗਦਾ ਜਦੋਂ ਐਕਸੀਡੈਂਟ ਹੁੰਦਾ ਹੈ ਜੀ। ਜੇ ਮਾਂ ਪਿਓ ਨਹੀਂ ਦਿੰਦੇ ਉਹਦੇ ਵਿੱਚ ਭਲਾ ਹੁੰਦਾ ਜੀ। ਕਈ ਵਾਰੀ ਅਸੀਂ ਵੀ ਅਰਦਾਸਾਂ ਕਰਕੇ ਜਿੱਦ ਕਰਕੇ ਗੁਰੂ ਜੀ ਕੋਲੋਂ ਕੋਈ ਚੀਜ਼ ਲੈ ਲੈਨੇ, ਸੁੱਖ ਨਹੀਂ ਨਿਕਲਦਾ ਬਾਅਦ ਚੋਂ ਜੀ। ਹੁਣ ਮਹਾਰਾਜ ਤੇ ਨਹੀਂ ਨਾ ਦੇਣਾ ਚਾਹੁੰਦੇ ਸੀਗੇ, ਪਰ ਭਾਈ ਬੰਨੋ ਜੀ ਜਿੱਦ ਕਰਕੇ ਲੈ ਆਏ ਜੀ। ਉਹ ਜਿਹੜੀ ਜਿੱਦ ਸੀਗੀ ਜੀ, ਬਹੁਤੀ ਸਿਆਣਪ ਉਹ ਲੈ ਬੈਠੀ ਜੀ ਉਹਨਾਂ ਨੂੰ। ਰਸਤੇ ਵਿੱਚ ਉਹ ਸੋਚਣ ਲੱਗ ਪਏ। ਹਾਂਜੀ, ਕਿਮ ਇਹ ਲਿਖਿਓ ਜਾਏ ਅਬ ਸਾਰਾ। ਵਿਚਾਰ ਕੀਤੀ ਵੀ ਕਿਮ ਇਹ ਲਿਖਿਓ ਜਾਏ ਅਬ ਸਾਰਾ, ਕਿ ਮਹਾਰਾਜ ਕਹਿੰਦੇ ਇੱਕ ਹੀ ਆ, ਜੇ ਦੋ ਹੋ ਜਾਣ ਸਰੂਪ ਵੀ ਮੈਂ ਲਿਖਾ ਲਿਆ ਸਾਰਾ ਛੇਤੀ ਛੇਤੀ, ਪਰ ਕਿਵੇਂ ਲਿਖਿਆ ਜਾਵੇ। ਹੁਣ ਧਿਆਨ ਦਿਓ ਗੱਲ ਵੱਲ, ਗੱਜ ਕੇ ਆਖੋ ਵਾਹਿਗੁਰੂ। ਐ ਇਕੱਠੇ ਇੱਕ ਰਸ ਗੱਜ ਕੇ ਵਾਹਿਗੁਰੂ। ਗੁਰੂ ਸਾਹਿਬ ਨੇ ਇਸ ਕੰਮ ਨੂੰ ਤੇ ਕਿਹਾ ਹੀ ਨਹੀਂ ਸੀਗਾ ਜੀ ਉਹਨਾਂ ਨੂੰ। ਮਹਾਰਾਜ ਨੇ ਤਾਂ ਕਿਹਾ ਸੀ ਲੈ ਜਾਓ, ਰਾਤ ਸੇਵਾ ਕਰਕੇ ਦਿਨੇ ਲੈ ਆਇਓ ਜੀ। ਹਾਂਜੀ, ਭਾਈ ਬੰਨੋ ਜੀ ਸੋਚਦੇ ਵੀ ਦੂਜਾ ਸਰੂਪ ਵੀ ਤਿਆਰ ਕਰਾ ਲਾ ਮੈਂ, ਸਿਆਣਪ ਆ ਗਈ ਨਾ ਜੀ ਅੱਗੇ। ਹਾਂਜੀ, ਏਕ ਨਿਸਾ ਗੁਰ ਆਇਸ ਭਰੀ। ਲਿਖਿਆ ਕਿਵੇਂ ਜਾਵੇ, ਇੱਕ ਰਾਤ ਦਾ ਤੇ ਹੁਕਮ ਕੀਤਾ ਮਹਾਰਾਜ ਨੇ। ਹਾਂਜੀ, ਲਿਖਿਓ ਜਾਏ ਕਿਮ ਹੈ ਅਨਬਣੀ। ਗੱਲ ਔਖੀ ਜੀ ਹੈਗੀ ਆ, ਅਨਬਣੀ ਹੈ, ਬਣਨੀ ਨਹੀਂ ਗੱਲ। ਹਾਂਜੀ, ਤਬ ਵਿਚਾਰ ਔਰ ਮੈਂ ਹੋਏ ਆਵਾ। ਡੇਰਾ ਕਰਹਿ ਕੋਸ ਇਕ ਠਾਵਾ। ਤੇ ਸਾਧ ਸੰਗਤ ਜੀ, ਇਹ ਵਿਚਾਰ ਜਦੋਂ ਮਨ ਵਿੱਚ ਆਈ, ਇੱਕ ਕੋਈ ਅਜੇ ਗਏ ਭਾਈ ਬੰਨੋ ਜੀ ਤੇ ਡੇਰਾ ਕਰ ਲਿਆ ਜੀ, ਪੜਾ ਕਰ ਲਿਆ, ਰੁਕ ਗਏ ਜੀ ਉੱਥੇ। ਹਾਂਜੀ, ਤਬਹਿ ਲਿਖਾਰੀ ਦੀਏ ਲਗਾਏ। ਪਤਰੇ ਅਜੇ ਜਿਲਤ ਸਾਜੀ ਨਹੀਂ ਸੀ ਨਾ ਹੋਈ ਜੀ, ਅੰਗ ਵੱਖੋ ਵੱਖਰੇ ਸਨ। ਭਾਈ ਬੰਨੋ ਨੇ ਕਈ ਲਿਖਾਰੀ ਲਾਏ, ਕਈ ਜੀ। ਹਾਂਜੀ, ਤੇ ਵੀ ਛੇਤੀ ਛੇਤੀ ਲਿਖ ਦਿਓ, ਛੇਤੀ ਛੇਤੀ ਲਿਖ ਦਿਓ। ਮੰਨ ਲਓ ਵੀ 100 ਵੀ ਹੋਵੇ ਜੀ। ਹਾਂਜੀ, 100 ਲਿਖਾਰੀ ਹੋਣ ਜੀ,
10 ਦਾ ਸੰਗ ਲਿਖਣ ਲੱਗਿਆ ਸਮਾਂ ਥੋੜੀ ਲੱਗਣਾ ਜੀ। ਤੇ ਹਜ਼ਾਰ ਰੰਗ ਤੇ ਸਹਿਜ ਸੁਭਾਅ ਗਿਆ ਨਾ ਜੀ। ਅੱਜ ਕੇ ਆਖੋ ਹਾਂਜੀ। ਤੇ ਇਸ ਤਰੀਕੇ ਨਾਲ ਉਹਨਾਂ ਨੇ ਖੇਡ ਲਈ ਜੀ। ਲਿਖਾਰੀ ਕਈ ਲਾਏ ਜੀ। ਹਾਂਜੀ। ਲਿਖੋ ਸ਼ਤਾਬੀ ਅਰ ਸਮੁਦਾਇ। ਇਕੱਠੇ ਕਰਕੇ ਨਾ ਰਸਤੇ ਵਿੱਚ ਲਿਖਾਰੀਆਂ ਨੂੰ ਕਿਹਾ ਵੀ ਆਹ ਲਓ ਅੰਗ ਲੈ ਲਓ, ਛੇਤੀ ਛੇਤੀ ਲਿਖ ਦਿਓ, ਛੇਤੀ ਛੇਤੀ ਲਿਖ ਦਿਓ, ਛੇਤੀ ਛੇਤੀ ਲਿਖ ਦਿਓ। ਹਾਂਜੀ। ਆਪਨ ਪੁਰੀ ਲਗ ਇੱਕ ਇੱਕ ਕੋਸ। ਹਾਂਜੀ। ਡੇਰਾ ਗਰਤ ਲਿਖਿਓ ਆਤੋਸ। ਤੇ ਸਾਧ ਸੰਗਤ ਜੀ ਫਿਰ ਰਸਤੇ ਵਿੱਚ ਵੀ ਲਿਖਾਉਂਦੇ ਰਹੇ ਜੀ। ਆਪਣੀ ਪੁਰੀ ਤੱਕ ਜਾਂਦਿਆਂ ਉਹਨਾਂ ਨੇ ਅੱਧਾ ਲਿਖਾ ਲਿਆ ਜੀ, ਸਰੂਪ ਅੱਧਾ ਲਿਖਾ ਲਿਆ ਜੀ। ਹਾਂਜੀ। ਇੱਕ ਨਿਸ ਬਸ ਕਰ ਨਿਜ ਘਰ ਮਾਹੂ। ਇੱਕ ਰਾਤ ਫਿਰ ਆਪਣੇ ਘਰ ਵਿੱਚ ਹੀ ਮਹਾਰਾਜ ਦਾ ਸਰੂਪ ਰੱਖਿਆ ਜੀ। ਹਾਂਜੀ। ਹਟੇ ਕੋਸ ਇੱਕ ਡੇਰਾ ਰਾਹੂ। ਤੇ ਫਿਰ ਹਟੇ ਕੋਸ ਇੱਕ ਡੇਰਾ ਰਾਹੂ। ਗੱਜ ਕੇ ਆਖੋ। ਫਿਰ ਲਿਖਣੇ ਲਾ ਦਿੱਤੇ ਜੀ ਉੱਥੇ। ਹਾਂਜੀ। ਤਿਸੀ ਪ੍ਰਕਾਰ ਸੁਦਾਸਰ ਆਏ। ਫਿਰ ਸੁਦਾਸਰ ਵਾਪਸ ਲੈ ਆਏ ਜੀ। ਹਾਂਜੀ। ਆਵਤ ਜਾਤੇ ਸਰਬ ਲਿਖਾਏ। ਗੱਲ ਕੀ ਵੀ ਆਉਣ ਵਿੱਚ ਜਾਣ ਵਿੱਚ ਤੇ ਉੱਥੇ ਘਰ ਰਹਿਣ ਵਿੱਚ ਇੰਨੇ ਸਮੇਂ ਵਿੱਚ ਭਾਈ ਬੰਨੋ ਜੀ ਨੇ ਦੂਜਾ ਸਰੂਪ ਤਿਆਰ ਕਰ ਦਿੱਤਾ ਜੀ। ਹਾਂਜੀ। ਕਿੰਨੇ ਟ੍ਰੇਨਡ ਹੋਣਗੇ ਜੀ ਉਹ ਜੀ ਇਹੋ ਜਿਹੇ ਕੰਮਾਂ ਨੂੰ ਜੀ। ਫੁਰਤੀ ਵਾਲੇ ਹੋਣਗੇ ਜੀ, ਫੁਰਤੀ ਹੋਏਗੀ। ਹਾਂਜੀ। ਕੇਤਕ ਸ਼ਬਦ ਲਿਖੇ ਅਧਕਾਈ। ਪਰ ਆਪਣੀ ਮੱਤ ਰਲੀ ਹੋਈ ਸੀ ਨਾ, ਗੁਰੂ ਸਾਹਿਬ ਦਾ ਹੁਕਮ ਨਹੀਂ ਸੀ। ਲਿਖਾਉਂਦੇ ਦੂਜਾ ਪਰ ਹੁਕਮ ਲੈ ਕੇ ਜੀ। ਚੇਤਾ ਰੱਖਿਓ ਵਾਧੂ ਕੰਮ ਕਰਨ ਵਿੱਚ ਵੀ ਖੁਸ਼ੀ ਨਹੀਂ ਚ ਹੈਗੀ। ਬੰਦਾ ਓਨਾ ਕੰਮ ਕਰੇ ਜਿਹਦੇ ਚ ਗੁਰੂ ਖੁਸ਼ ਹੋ ਜਾਵੇ ਜੀ। ਸਾਡੇ ਗੁਰੂ ਸਾਹਿਬ ਖੁਸ਼ ਹੋ ਜਾਣ, ਸਾਨੂੰ ਬਖਸ਼ ਲੈਣ। ਹਾਂਜੀ। ਆਪਣੀਆਂ ਚਲਾਕੀਆਂ ਦੀਆਂ ਮਾਰਦਾ ਰਵੇ ਤੇ ਵਾਧੂ ਹੀ ਕਰਦਾ ਰਵੇ, ਉਹਦੇ ਨਾਲ ਖੁਸ਼ੀ ਥੋੜੀ ਮਿਲ ਜਾਣੀ ਜੀ। ਹੁਣ ਉਹ ਕੰਮ ਇੱਕ ਹੋਰ ਕਰਤਾ ਜੀ ਭਾਈ ਬੰਨੋ ਜੀ ਨੇ। ਕੁਝ ਬਾਣੀ ਕੋਲੋਂ ਹੀ ਵਿੱਚ ਲਿਖਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਲੋਂ ਹੀ, ਆਪਣੇ ਕੋਲੋਂ ਹੀ ਜੀ ਵਾਧੂ ਸ਼ਬਦ ਲਿਖਾ ਦਿੱਤੇ ਜੀ। ਹਾਂਜੀ। ਆਏ ਪੁੰਨ ਸ੍ਰੀ ਗੁਰ ਅਗਵਾਈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਹਾਂਜੀ। ਜੁਗਲ ਗ੍ਰੰਥ ਸਾਹਿਬ ਧਰ ਦੀਨੇ। ਇਹ ਨਹੀਂ ਵੀ ਉਹ ਲਗਾ ਕੇ ਰੱਖ ਲਿਆ ਜੀ ਸਰੂਪ, ਨਹੀਂ, ਦੋਵੇਂ ਸਰੂਪ ਲੈ ਆਂਦੇ ਜੀ। ਮਹਾਰਾਜ ਹੈਰਾਨ ਹੋ ਗਏ ਵੀ ਭੇਜਿਆ ਤੇ ਇੱਕ ਸੀ ਤੇ ਆਏ ਦੋ ਨੇ। ਹਾਂਜੀ। ਆਦਿਕ ਜੋ ਹੋਤੇ ਸੁਨਾਵਨ ਕੀਨੇ। ਤੇ ਮਹਾਰਾਜ ਕਹਿਣ ਲੱਗੇ ਭਾਈ ਬੰਨੋ ਇਹ ਕੀ? ਭਾਈ ਬੰਨੋ ਕਹਿੰਦਾ ਮਹਾਰਾਜ ਤੁਹਾਡੀ ਮਿਹਰ ਨਾਲ ਦੂਜਾ ਵੀ ਤਿਆਰ ਹੋ ਗਿਆ। ਆਪਣੇ ਵੱਲੋਂ ਤੇ ਖੁਸ਼ੀ ਨਾ ਦੱਸਿਆ ਤੇ ਨਾਲੇ ਦੱਸਿਆ ਮਹਾਰਾਜ ਜਿਹੜੀ ਬਾਣੀ ਰਹਿ ਗਈ ਸੀ ਮੈਂ ਉਹ ਵੀ ਲਿਖਾ ਦਿੱਤੀ ਹੈ। ਹਾਂਜੀ। ਇਹ ਤੇ ਗੁਰੂ ਸਾਹਿਬ ਤੋਂ ਵੀ ਵੱਧ ਸਿਆਣੇ ਹੋ ਗਏ ਜੀ। ਫੇਰ ਲੋ ਬੰਦੇ ਦੀਆਂ ਸਿਆਣਪਾਂ। ਹਾਂਜੀ। ਪਿਖ ਆਰ ਸੁਨ ਸ਼੍ਰੀ ਮੁਖ ਫਰਮਾਇਓ। ਤੇ ਕਹਿੰਦੇ ਪਿਖ ਆਰ ਸੁਨ ਸ਼੍ਰੀ ਮੁਖ ਫਰਮਾਇਓ। ਮਹਾਰਾਜ ਕਹਿੰਦੇ ਭਾਈ ਬੰਨੋ ਸੁਣਾ ਕਿਹੜੀ ਬਾਣੀ ਲਿਖੀ ਹੋ। ਭਾਈ ਬੰਨੋ ਨੇ ਸੁਣਾਈ। ਮਹਾਰਾਜ ਨੇ ਵੇਖ ਕੇ ਸੁਣ ਕੇ ਬਚਨ ਕੀਤਾ। ਲਿਖ ਕਰ ਅਧਿਕ ਜਿਤੋ ਤੁਮ ਪਾਇਓ। ਮਹਾਰਾਜ ਕਹਿੰਦੇ ਜਿੰਨੇ ਵੀ ਵਾਧੂ ਸ਼ਬਦ ਲਿਖ ਕੇ ਤੂੰ ਕੋਲੋਂ ਹੀ ਪਾ ਦਿੱਤੇ ਨਾ, ਇੱਥੇ ਸੰਗਤ ਜੀ ਕਿਸੇ ਦਾ ਹੱਕ ਨਹੀਂ ਹੈਗਾ ਉਹ ਮਾਤਰਾ ਦੀ ਵੀ ਛੇੜਖਾਨੀ ਕਰ ਸਕੇ ਜੀ। ਕਿਸੇ ਦਾ ਹੱਕ ਨਹੀਂ ਹੈਗਾ ਜੀ। ਇਹ ਵੀ ਹੱਕ ਨਹੀਂ ਹੈਗਾ ਵੀ ਮਹਾਰਾਜ ਦੇ ਸਰੂਪ ਉੱਤੇ ਪੈਨ ਚਲਾਵੇ, ਪੈਨਸਲ ਚਲਾਵੇ, ਕੌਮਾ ਪਾਵੇ। ਨਹੀਂ, ਇਹ ਵੀ ਹੱਕ ਨਹੀਂ ਹੈਗਾ ਜੀ ਉਹਨੂੰ ਜੀ। ਹਾਂਜੀ। ਤਿਸੀ ਬੀੜ ਮਹਿ ਰਖੋ ਲਿਖਾਵੋ। ਮਹਾਰਾਜ ਕਹਿੰਦੇ ਹੁਣ ਉਹ ਤੇਰੀ ਬੀੜ ਹੀ ਹੈ, ਉਹਦੇ ਵਿੱਚ ਹੀ ਹੋਏਗੀ ਇਹ ਬਾਣੀ। ਹਾਂਜੀ। ਨਹਿ ਇਸ ਗ੍ਰੰਥ ਵਿਖੈ ਸੋ ਪਾਵੋ। ਮਹਾਰਾਜ ਕਹਿਣ ਲੱਗੇ ਇਸ ਗ੍ਰੰਥ ਸਾਹਿਬ ਵਿੱਚ ਨਹੀਂ ਹੋਏਗੀ ਜੀ। ਤੁਸੀਂ ਵੇਖ ਲਓ ਪ੍ਰਕਾਸ਼ ਹੋਣ ਤੋਂ ਪਹਿਲਾਂ ਪਹਿਲਾਂ ਅਗਲਿਆਂ ਦੂਜਾ ਵੀ ਲਿਖ ਦਿੱਤਾ ਜੀ, ਜਿਹਦੇ ਵਿੱਚ ਰਲਾ ਵੀ ਪਾ ਦਿੱਤਾ ਜੀ। ਇਸ ਕਰਕੇ ਬੜੀ ਸਾਵਧਾਨੀ ਵਰਤਣੀ ਚਾਹੀਦੀ ਹੈ, ਬਹੁਤ ਸਾਵਧਾਨੀ। ਅੱਜ ਵੀ ਕਈ ਮਨਮੁਖ ਐਸੇ ਨੇ ਜਿਹੜੇ ਇਹੋ ਜਿਹੀਆਂ ਸ਼ਰਾਰਤਾਂ ਕਰਨ ਤੇ ਤੁਲੇ ਹੋਏ ਨੇ ਜੀ। ਗੁਰੂ ਜੀ ਦੀ ਹਾਜ਼ਰੀ ਵਿੱਚ ਅਗਲਿਆਂ ਨੇ ਇਹ ਕੰਮ ਕਰ ਦਿੱਤਾ ਜੀ, ਭਾਵੇਂ ਭਾਵਨਾ ਰੱਖ ਕੇ ਕੀਤਾ ਜਾਂ ਕਿਸੇ ਹੋਰ ਸੋਚ ਨਾਲ ਕੀਤਾ ਜੀ।
ਹਾਂਜੀ। ਜਾਂ ਤੇ ਭਈ ਬੀੜ ਦੁਆ ਗ੍ਰੰਥ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਦੋ ਹੋ ਗਈਆਂ ਬੀੜਾਂ ਜੀ। ਹਾਂਜੀ। ਲਿਖਤ ਪੜਤ ਸ੍ਰੀ ਸਤਿਗੁਰ ਪੰਥ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਪੰਥ ਉਹ ਮੰਨਦਾ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਜੀ। ਭਾਈ ਬੰਨੋ ਜੀ ਵਾਲੇ ਨੂੰ ਪਤਾ ਕੀ ਕਹਿੰਦੇ? ਭਾਈ ਬੰਨੋ ਵਾਲੀ ਬੀੜ, ਇਹ ਕਹਿੰਦੇ ਆ। ਸੁਨਤ ਪਠਤ ਜਿਨ ਹਿਰਦੈ ਬਸਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਪਿਆਰਿਓ, ਜਿਨੇ ਮਹਾਰਾਜ ਜੀ ਦੀ ਬਾਣੀ ਸੁਣ ਕੇ ਪੜ੍ਹ ਕੇ ਹਿਰਦੇ ਵਿੱਚ ਵਸਾ ਲਈ ਜੀ, ਇਸ ਬਾਣੀ ਉੱਤੇ ਚੱਲਣ ਲੱਗ ਪਏ ਜੀ। ਛਲ ਕਪਟ ਛੱਡਿਆ, ਅੰਦਰ ਦੀ ਹਉਮੈ ਛੱਡੀ, ਈਰਖਾ ਛੱਡੀ, ਪ੍ਰੇਮ ਧਾਰਨ ਕੀਤਾ, ਪਰਮੇਸ਼ਰ ਦਾ ਨਾਮ ਜਪਿਆ ਜੀ। ਹਾਂਜੀ। ਤਿਨ ਪਰ ਕਵ ਪੁਨ ਪੁਨ ਬਲ ਜਾਈ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਉਹਨਾਂ ਤੇ ਬਾਰ-ਬਾਰ ਬਲਿਹਾਰ ਜਾਨਾ, ਬਾਰ-ਬਾਰ ਬਲਿਹਾਰ ਜਾਨਾ। ਸੋ ਇਹ ਅੱਜ ਦਾ ਪ੍ਰਸੰਗ ਸੀ ਸਾਧ ਸੰਗਤ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਦਇਆ ਕਰਨ, ਨਦਰ ਕਰਨ। ਆਪਣੇ ਗੁਰੂ ਜੀ ਤੇ ਪੂਰੀ ਪੂਰੀ ਭਰੋਸਾ ਰੱਖਣਾ, ਪੂਰੀ ਪੂਰੀ ਭਾਵਨਾ ਰੱਖਣੀ, ਪੂਰਾ ਪੂਰਾ ਭਰੋਸਾ ਰੱਖਣਾ ਜੀ। ਤੇ ਸੰਗਤ ਜੀ ਓਨਾ ਹੀ ਕੰਮ ਕਰਨਾ ਜਿੰਨਾ ਹੁਕਮ ਹੋਇਆ ਜੀ। ਹਾਂਜੀ। ਜਿੰਨਾ ਗੁਰੂ ਨੇ ਕਿਹਾ ਓਨਾ ਕਰਨਾ, ਤੇ ਓਨਾ ਹੀ ਧਿਆਨ ਨਾਲ ਤੇ ਇਮਾਨਦਾਰੀ ਨਾਲ ਕਰਨਾ। ਇਹਦੇ ਵਿੱਚ ਖੁਸ਼ੀ ਹੈਗੀ ਹੈ ਜੀ। ਹਾਂਜੀ। ਜਿੰਨਾ ਮਹਾਰਾਜ ਨੇ ਕਿਹਾ ਨਹੀਂ, ਆਪੇ ਹੀ ਚਲਾਕੀਆਂ ਮਾਰੀ ਜਾਣੀਆਂ, ਵਾਧੂ ਕਰੀ ਜਾਣਾ, ਉਹਦੇ ਵਿੱਚ ਫਿਰ ਸੁੱਖ ਥੋੜ੍ਹੀ ਹੈਗਾ ਜੀ। ਇਸ ਕਰਕੇ ਉਹ ਕੰਮ ਕਰੇ ਜਿੰਨੇ 'ਚ ਖੁਸ਼ੀ ਮਿਲਦੀ ਹੈ ਜੀ। ਚਲੋ ਭਾਈ ਬੰਨੋ ਜੀ ਜਿੱਦ ਕਰਕੇ ਮਹਾਰਾਜ ਦਾ ਸਰੂਪ ਮੰਗ ਲਿਆ ਜੀ। ਓਨਾ ਕੰਮ ਕਰਦੇ ਜਿੰਨਾ ਮਹਾਰਾਜ ਨੇ ਕਿਹਾ ਸੀਗਾ ਜੀ। ਮਿਹਨਤ ਵੀ ਕੀਤੀ, ਲਿਖਾਈ ਵੀ, ਪਰ ਉਹ ਕਿਸੇ ਕੰਮ ਵੀ ਨਾ ਆਈ ਜੀ। ਇਹ ਸਾਨੂੰ ਸਿੱਖਿਆ। ਬਹੁਤੀ ਵਾਰ ਬੰਦਾ ਬਹੁਤਾ ਸਿਆਣਾ ਬਣਨ ਦਾ ਯਤਨ ਕਰਦਾ ਤੇ ਫਸ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਇੱਥੇ ਹੁਕਮ ਮੰਨਣਾ, ਆਗਿਆ ਮੰਨਣੀ ਜੀ, ਉਹਦੇ ਵਿੱਚ ਸੁੱਖ ਹੈਗਾ ਜੀ। ਉਹਦੇ ਵਿੱਚ ਸੁੱਖ ਹੈਗਾ। ਮਹਾਰਾਜ ਬਾਣੀ 'ਚ ਲਿਖਦੇ, ਮਹਾਰਾਜ ਕਹਿੰਦੇ ਜਿਹੜਾ ਆਗਿਆ ਮੰਨਣ ਵਿੱਚ ਪੂਰਾ ਹੁੰਦਾ, ਜਿਹੜਾ ਹੁਕਮ ਮੰਨਣ ਵਿੱਚ ਪੂਰਾ ਹੁੰਦਾ, ਫਿਰ ਗੁਰੂ ਅਮਰਦਾਸ ਜੀ ਇੱਕ ਸ਼ਬਦ ਵਿੱਚ ਲਿਖਦੇ, ਮਹਾਰਾਜ ਕਹਿੰਦੇ ਫਿਰ ਗੁਰੂ ਸਾਹਿਬ ਉਹਦੀ ਘਾਲਣਾ ਵੇਖ ਕੇ ਫਿਰ ਉਹਨੂੰ ਨਾਮ ਦੀ ਦਾਤ ਦਿੰਦੇ ਆ, ਪਹਿਲਾਂ ਨਹੀਂ ਦਿੰਦੇ ਉਹਨੂੰ। ਫਿਰ ਉਹਦੇ ਤੇ ਮਿਹਰ ਕਰਦੇ, ਉਹਦੇ ਤੇ ਬਖਸ਼ਿਸ਼ ਕਰਦੇ, ਉਹਦੇ ਤੇ ਕਿਰਪਾ ਕਰਦੇ ਆ। ਹਾਂਜੀ। ਜਿੰਨਾ ਕੰਮ ਮਹਾਰਾਜ ਨੇ ਕਿਹਾ ਪੂਰੇ ਧਿਆਨ ਨਾਲ ਕਰੇ ਬੰਦਾ ਜੀ, ਸਾਵਧਾਨੀ ਨਾਲ ਕਰੇ, ਪ੍ਰੇਮ ਨਾਲ ਕਰੇ, ਇਹਦੇ ਵਿੱਚ ਖੁਸ਼ੀਆਂ ਹੈਗੀਆਂ ਜੀ। ਹਾਂਜੀ। ਉਹ ਥੜਿਆਂ ਵਾਲੀ ਸਾਖੀ ਤੇ ਤੁਸੀਂ ਸੁਣੀ ਹੈ ਬੜੀ ਵਾਰੀ। ਗੱਜ ਕੇ ਆਖੋ ਵਾਹਿਗੁਰੂ। ਥੜਿਆਂ ਵਾਲੀ ਸਾਖੀ ਤੇ ਤੁਸੀਂ ਸੁਣੀ ਹੈ। ਬਾਬਾ ਰਾਮਾ ਜੀ ਵੀ ਬਣਾਉਂਦੇ, ਸ੍ਰੀ ਗੁਰੂ ਰਾਮਦਾਸ ਜੀ ਵੀ ਬਣਾ ਰਹੇ ਜੀ। ਤੇ ਬਾਬਾ ਰਾਮਾ ਜੀ ਉੱਤੋਂ ਉੱਤੋਂ ਬਣਾਉਂਦੇ, ਆਪਣੀ ਮੱਤ ਨੂੰ ਅੱਗੇ ਰੱਖ ਕੇ ਬਣਾਉਂਦੇ ਆ, ਤੇ ਗੁਰੂ ਰਾਮਦਾਸ ਜੀ ਪ੍ਰੇਮ ਨਾਲ ਬਣਾਉਂਦੇ ਆ, ਤੇ ਖੁਸ਼ੀ ਵਾਸਤੇ ਬਣਾਉਂਦੇ ਆ ਜੀ। ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਉਹ ਇਹ ਕੰਮ ਕਰਦੇ ਆ ਜੀ। ਤੇ ਕਿੰਨੀ ਖੁਸ਼ੀ ਲਈ ਜੀ। ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਹੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਜੀ। ਇਹਦੇ ਤੋਂ ਵੱਧ ਕੀ ਖੁਸ਼ੀ ਹੋਏਗੀ ਜੀ। ਕੰਮ ਤੇ ਬਾਬਾ ਰਾਮਾ ਜੀ ਨੇ ਵੀ ਕੀਤਾ ਜੀ, ਪਰ ਮੱਤ ਅੱਗੇ ਰੱਖ ਕੇ ਕੀਤਾ ਜੀ। ਇਹ ਮਹਾਰਾਜ ਨੇ ਸਾਨੂੰ ਵਿਖਾਇਆ, ਕਰਕੇ ਵਿਖਾਇਆ, ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ। ਸੋ ਸੰਗਤ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਗੁਰੂ ਜੀ ਉੱਤੇ ਭਾਵਨਾ ਰੱਖਣੀ ਹੈ। ਆਓ ਪੰਕਤੀ ਪੜ੍ਹ ਕੇ ਫਿਰ ਖਿਮਾ ਮੰਗੀਏ। ਕੋਈ ਰਸਨਾ ਵਾਂਝੀ ਨਾ ਰਹੇ। ਨੇਤਰ ਬੰਦ ਕਰਕੇ ਸਾਰੇ ਕਹੋ ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ
ਸੁਣਾਵੇ ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਪਰਤਖ ਜੋ ਅੰਮ੍ਰਿਤ ਬਚਨ, ਜੋ ਅੰਮ੍ਰਿਤ ਬਚਨ। ਗੁਰੂ ਜੀ ਧੰਨ ਹਨ, ਮਹਾਰਾਜ ਪ੍ਰਤੱਖ ਹਨ, ਤੇ ਭੁੱਲਾਂ ਬੰਦੇ ਕੋਲੋਂ ਬਹੁਤ ਹੁੰਦੀਆਂ ਨੇ। ਆਪਾਂ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਇਹ ਰੱਖਣਾ ਚਾਹੀਦਾ ਹੈ, ਗੁਰੂ ਜੀ ਸਾਡੇ ਤੇ ਖੁਸ਼ ਰਹਿਣ, ਮਹਾਰਾਜ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।